बड़ा प्रचलित है। लोग ये कहते हैं कि जी इतने आले दुआले जी दीवार बनी है, असीं दीवार देख भी रह गए हैं, इनू ना कोई सीमेंट है ना चूना, कोई चीज़ लगी नहीं हैगी। बट ये कहा जाता है कि उस वेले ये रातों रात दीवार तैयार हुई। ये गल बहुत मशहूर है जी, और बहुत ही ज़्यादा मशहूर है। इसकी मानता भी बहुत वध है। कोई पत्थर 2.5 फुट का है, कोई पत्थर 2 फुट का है, कोई 1 फुट का है। वो मतलब पत्थर ते पत्थर रख के बनाई गई है। वो कोई इट्ट नहीं, मतलब चूना नहीं इस्तेमाल होया, सीमेंट नहीं इस्तेमाल होया, वो कोई मिट्टी नहीं वरती गई। तो वो 600 सालों की दीवार किद्दां खड़ी है। गल करिए ये आले दुआले बड़े डिज़ाइन भी तैयार ने है ना। तो तुसी आप ही दस्सिया कि अरबी भाषा दे विच अल्लाह भी लिखा होया है ना। ਇਹਦੇ ਬਾਰੇ ਜੋ ਮੈਨੂੰ ਪਤਾ ਲੱਗਿਆ ਹੈ, ਇਹਨਾਂ ਦੇ ਵੰਸ਼ ਨਾਲ, ਇਹਨਾਂ ਦੀ ਅੱਗੇ ਔਲਾਦ ਨਾਲ ਗੱਲ ਕਰਕੇ ਜਿਹੜਾ ਮੈਨੂੰ ਪਤਾ ਲੱਗਿਆ ਉਹ ਇਹ ਲੱਗਿਆ ਕਿ ਬਾਬਾ ਜੀ ਇੰਨੇ ਕਰਨੀ ਵਾਲੇ ਸੀਗੇ ਕਿ ਜਦੋਂ ਬਾਬਾ ਜੀ ਦਾ ਇੱਥੇ ਡੇਰਾ ਸੀਗਾ, ਉਹਨਾਂ ਦਾ ਇੰਤਕਾਲ ਹੋ ਗਿਆ, ਉਹਨਾਂ ਨੂੰ ਇੱਥੇ ਦਫਨ ਕਰਤਾ, ਤਾਂ ਇਹਨਾਂ ਦੇ ਆਲੇ ਦੁਆਲੇ ਕੁਛ ਨਹੀਂ ਸੀਗਾ, ਖੁੱਲ੍ਹੇ ਕਬਰ ਸੀ ਇਹਨਾਂ ਦੀ। ਤਾਂ ਉਹ ਕਹਿੰਦੇ ਮਤਲਬ ਉੱਪਰੋਂ ਰੱਬੀ ਹੁਕਮ ਹੋਇਆ ਜਾਂ ਕੀ ਹੋਇਆ, ਪਤਾ ਨਹੀਂ ਕੀ ਗੱਲ ਹੋਈ। ਉਸ ਟਾਈਮ ਜਦੋਂ ਰਾਤ ਨੂੰ ਲੋਕ ਗਏ ਨੇ ਤਾਂ ਕੁਛ ਨਹੀਂ ਸੀਗਾ, ਤਾਂ ਜਦੋਂ ਸਵੇਰੇ ਆ ਕੇ ਦੇਖਦੇ ਨੇ ਤਾਂ ਇਹ ਚਾਰੋਂ ਪਾਸੇ 4 ਦੀਵਾਰੀ ਬਣੀ ਹੋਈ ਹੈ। ਉਹ ਕਿਸੇ ਬੁੜੀ ਦੀ ਜਲਦੀ ਅੱਖ ਖੁੱਲ੍ਹ ਗਈ, ਉਹਨੇ ਸੋਚਿਆ ਕਿ ਪਤਾ ਨਹੀਂ ਸਵੇਰ ਹੋ ਗਈ, ਮੈਂ ਲੇਟ ਨਾ ਹੋ ਗਈ ਹੋਵਾਂ। ਉਹਨੇ ਚੱਕੀ ਕਣਕ ਚੱਕ ਕੇ ਉਹ ਚੱਕੀ 'ਚ ਪਾ ਕੇ ਪੀਸਣ ਲੱਗ ਗਈ। ਤਾਂ ਉਹ ਜਿਨ੍ਹਾਂ ਦੇ ਕੰਨਾਂ 'ਚ ਕਹਿੰਦੇ ਜਦੋਂ ਆਵਾਜ਼ ਪਈ, ਉਹ ਕਹਿੰਦੇ ਲੈ ਬਈ ਦਿਨ ਚੜ੍ਹ ਗਿਆ, ਕਹਿੰਦੇ ਲੋਕ ਤਾਂ ਬੁੜੀਆਂ ਦਾ ਚੱਕੀਆਂ ਪੀਸਣ ਲੱਗ ਗਈਆਂ। ਉਹ ਕਹਿੰਦੇ ਜੀ ਛੱਡ ਕੇ ਉੱਥੋਂ ਚਲੇ ਗਏ, ਅਤੇ ਉਹ ਜਿਹੜਾ ਪੱਥਰ ਬਚਿਆ ਉਹ ਜਾਂਦੇ ਹੋਏ ਨਾਲ ਹੀ ਲੈ ਗਏ। ਜਿਹੜੀ ਦੱਸਣ ਵਾਲੀ ਮੇਰੀ ਗੱਲ ਹੈ ਉਹ ਇਹ ਹੈ ਕਿ ਮੈਂ ਪੱਥਰਾਂ ਦਾ ਜ਼ਿਕਰ ਕਰਦਾ ਸੀਗਾ ਵੀ ਕੋਈ ਪੱਥਰ ਤਾਂ ਮੋਟਾ ਹੈ, ਕੋਈ ਪਤਲਾ ਹੈ, ਕੋਈ 2.5 ਫੁੱਟ ਲੰਬਾ ਹੈ, ਕੋਈ 1 ਫੁੱਟ ਲੰਬਾ ਹੀ ਹੈ। ਆਹ ਹੁਣ ਦੇਖੋ ਪੱਥਰ बहुत लंबा पत्थर है, ਇਹਦੇ ਵਿੱਚ ਲੱਗਾ ਹੋਇਆ। ਇਹ ਦੇਖ ਲਓ ਹੁਣ ਤੁਸੀਂ ਕਿੰਨਾ ਲੰਬਾ ਪੱਥਰ ਹੈ, ਔਰ ਇਹਦੇ ਨਾਲ ਹੀ ਆਹ ਦੇਖ ਲਓ ਜੀ ਪੱਥਰ ਆ 6 ਇੰਚ ਦਾ ਹੀ ਹੈ। ਦੀਵਾਰ ਦੀ ਉਚਾਈ 'ਚ ਕੋਈ ਫਰਕ ਨਹੀਂ ਹੈ, ਦੀਵਾਰ ਸਿੱਧੀ ਹੈ, ਕੋਈ ਇਹਦੇ 'ਚ ਟੇਢ ਵਿੰਗ ਨਹੀਂ ਹੈ। ਮੋਟੇ ਪਤਲੇ ਪੱਥਰ ਲੱਗੇ ਹੋਏ ਨੇ, ਅਤੇ ਇੱਕ ਨਾਲ ਦੇ ਪੱਥਰ ਨਹੀਂ, ਛੋਟੇ ਵੱਡੇ ਪੱਥਰ ਲੱਗੇ ਹੋਏ ਨੇ, ਕੋਈ ਚੂਨਾ ਨਹੀਂ ਲੱਗਿਆ ਹੋਇਆ। ਦੇਖ ਲਓ, ਤੁਸੀਂ ਦੇਖ ਸਕਦੇ ਹੋ। ਨੂੰ ਲੰਬਾਈ 'ਚ ਮਿਲ ਲਓ, ਚੌੜਾਈ 'ਚ ਮਿਲ ਲਓ, ਇੱਕੋ ਜਿਹੀ ਮਿਲੂਗੀ ਤੁਹਾਨੂੰ। ਇਹ ਨਹੀਂ ਹੈ ਕਿ ਕਿਤੋਂ ਘਟ ਗਈ ਕਿਤੋਂ ਵੱਧ ਗਈ, ਜਿੰਨੀ ਲੰਮੀ ਹੈ ਓਨੀ ਹੀ ਚੌੜੀ ਹੈ। ਇਹ ਜੇ ਆਹ ਬਾਹੀਂ ਮਿਲੋਗੇ ਤਾਂ ਵੀ ਓਨੀ ਹੈ, ਉਹ ਬਾਹੀਂ ਮਿਲੋਗੇ ਤਾਂ ਵੀ ਓਨੀ ਹੈ। ਇੱਧਰਲੀ ਚਾਰੋਂ ਬਾਹੀਆਂ ਇਹਦੀਆਂ ਮਿਲ ਲਓ, ਇੱਕੋ ਹੀ ਸਾਈਜ਼ ਦੀਆਂ ਮਿਲਣਗੀਆਂ ਤੁਹਾਨੂੰ। ਔਰ ਅੱਜ ਦੇ ਉਹਨਾਂ ਕੋਲ ਕੋਈ ਇੰਚੀ ਟੇਪ ਨਹੀਂ ਸੀਗੇ, ਕੋਈ ਫੀਤੇ ਨਹੀਂ ਸੀਗੇ ਉਹਨਾਂ ਕੋਲ। ਤੁਸੀਂ ਇਹ ਦੇਖ ਲਓ ਵੀ ਇੱਥੋਂ ਪਤਾ ਲੱਗਦਾ ਹੈ ਕਿ ਵਾਕਈ ਕੋਈ ਨਾ ਕੋਈ ਕਰਾਮਾਤ ਹੈ। ਇਹ बड़ी पवित्र जगह है और जिथे बहुत दुनिया आती है, नमस्कार करती आके, और मलेरकोटला शहर वासी भी इससे मान करते हैं। इतिहास तुहाडी मलेरकोटले शहर की गली गली दसदी है, कला कला कोना दसदा है कि इस गली दे विचों कौन कौन गुजर के गया। सत श्री अकाल, तुसीं देख रहे हो प्रो पंजाब टीवी। मैं हाँ मनदीप कौर संधू। मलेरकोटला शहर दे विच मौजूद हाँ। असीं तुहानूं कहा सी कि मलेरकोटले दे कल्ले कल्ले गली दे विच जाना है ते हर चीज़ तुहानूं दिखाउणी है। ते अज जिवें जिवें असीं अगे वधदे जा रहे हैं तां मलेरकोटले शहर दा कोना कोना अपने इतिहास की गवाही भरदा है कि मेरी गलियां दे विचों की कुछ गुजरिया, मेरी गली चों कौन कौन गुजर के गया है। और इस दौरान हुण असीं जिथे बैठे हुए हाँ, ये बड़ी पवित्र जगह है
ਔਰ ਜਿੱਥੇ ਬਹੁਤ ਦੁਨੀਆ ਆਂਦੀ ਹੈ, ਨਮਸਕਾਰ ਕਰਦੀ ਆ ਕੇ, ਔਰ ਮਲੇਰਕੋਟਲਾ ਸ਼ਹਿਰ ਵਾਸੀ ਵੀ ਇਸ ਤੇ ਮਾਣ ਕਰਦੇ ਨੇ। ਔਰ ਕਿਹੜੀ ਜਗ੍ਹਾ ਹੈ ਜੀ, ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੇਲੇ ਅਸੀਂ ਦਰਗਾਹ ਤੇ ਬੈਠੇ ਹੋਏ ਹਾਂ, ਜੋ ਬਾਬਾ ਹੈਦਰ ਸ਼ੇਖ ਉਹਨਾਂ ਦੀ ਦਰਗਾਹ ਹੈ। ਔਰ ਪੂਰੀ ਜਿਹੜੀ ਜਾਣਕਾਰੀ ਲਵਾਂਗੇ ਜਿਨ੍ਹਾਂ ਨੇ ਮਲੇਰਕੋਟਲਾ ਸ਼ਹਿਰ ਨੂੰ ਵਸਾਇਆ ਸੀ, ਇਹ ਸ਼ਹਿਰ ਵਸਿਆ ਕਿਵੇਂ ਆ, ਕਿਹੜੇ ਸੰਨ ਦੇ ਵਿੱਚ ਵਸਿਆ ਸੀ, ਇਹ ਕਿਸ ਤਰੀਕੇ ਨਾਲ ਆਪਣੇ ਇਤਿਹਾਸ ਨੂੰ ਅੱਜ ਵੀ ਦੁਨੀਆ ਸਾਹਮਣੇ ਪਰੋਂਦਾ ਹੈ ਮਾਲਾ ਦੇ ਵਿੱਚ। ਤਾਂ ਪੂਰੀ ਜਿਹੜੀ ਜਾਣਕਾਰੀ ਹੈ ਅਸੀਂ ਇੱਥੋਂ ਸ਼ੇਖ ਇਫਤਿਖਾਰ ਖਾਨ ਹੁਣਾਂ ਤੋਂ ਲਵਾਂਗੇ, ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ। ਤੋ ਪਹਿਲਾਂ ਦੱਸੋ, ਸਿਹਤ ਠੀਕ ਠਾਕ ਹੈ? ਜੀ ਹਾਂ, ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਇਤਿਹਾਸ ਤੁਹਾਡੀ ਮਲੇਰਕੋਟਲੇ ਸ਼ਹਿਰ ਦੀ ਗਲੀ ਗਲੀ ਦੱਸਦੀ ਹੈ, ਕੱਲਾ ਕੱਲਾ ਕੋਨਾ ਦੱਸਦਾ ਹੈ ਕਿ ਇਸ ਗਲੀ ਦੇ ਵਿੱਚੋਂ ਕੌਣ ਕੌਣ ਗੁਜ਼ਰ ਕੇ ਗਿਆ, ਕਿੰਨੇ ਨਵਾਬ ਹੋਏ ਨੇ ਇੱਥੋਂ ਦੇ, ਕੀ ਕੁਛ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਲੈਣਾ ਚਾਹਾਂਗੇ। ਤੁਸੀਂ ਗੱਲ ਸਹੀ ਕਹੀ ਹੈ ਜੀ ਕਿ ਮਲੇਰਕੋਟਲੇ ਦੀ ਗਲੀ ਗਲੀ ਇਤਿਹਾਸ ਨਾਲ ਭਰੀ ਹੋਈ ਹੈ। ਇੱਥੇ ਦੀਆਂ ਬਿਲਡਿੰਗਾਂ ਇਤਿਹਾਸਕ ਨੇ ਸਾਰੀਆਂ ਦੀਆਂ ਸਾਰੀਆਂ। ਔਰ ਜੇ ਜ਼ਿਕਰ ਕਰਨ ਲੱਗਾ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਐਪੀਸੋਡ ਤਾਂ ਕੁਝ ਵੀ ਨਹੀਂ ਹੈ, ਕਿੰਨੇ ਐਪੀਸੋਡ ਚਾਹੀਦੇ ਨੇ ਮਲੇਰਕੋਟਲੇ ਦੇ ਇਤਿਹਾਸ ਨੂੰ ਦੱਸਣ ਵਾਸਤੇ। ਔਰ ਇੱਥੇ ਦੇ ਗਲੀ ਗਲੀ ਦੇ ਇਤਿਹਾਸ ਨੂੰ ਦੱਸਣ ਵਾਸਤੇ ਤਾਂ 6 ਮਹੀਨੇ ਤੁਹਾਨੂੰ ਕਿਸ਼ਤਾਂ ਚਲਾਉਣੀਆਂ ਪੈਣੀਆਂ ਨੇ। ਅਤੇ ਸ਼ਾਰਟ ਜਿਹੀ ਗੱਲ ਇਹ ਕਰਦੇ ਹਾਂ ਕਿ ਜਿਸ ਜਗ੍ਹਾ 'ਤੇ ਆਪਾਂ ਬੈਠੇ ਹਾਂ, ਇਹ ਦਰਗਾਹ ਹੈ ਸ਼ੇਖ ਸਦਰੁੱਦੀਨ ਦੀ। ਸ਼ੇਖ ਸਦਰੁੱਦੀਨ ਕੌਣ ਸੀਗੇ? ਇਹਨਾਂ ਨੇ ਮਲੇਰਕੋਟਲਾ ਵਸਾਇਆ ਸੀਗਾ। ਮਲੇਰਕੋਟਲਾ ਕੀ ਹੈ, ਪਹਿਲਾਂ ਕੀ ਸੀਗਾ, ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ। ਅਤੇ ਸ਼ੇਖ ਸਦਰੁੱਦੀਨ ਦੇ ਜਿਹੜੇ ਪੁਰਖੇ ਸੀਗੇ, ਇਹ ਮੈਂ ਤੁਹਾਨੂੰ 700 ਸਾਲ ਪਿੱਛੇ ਲੈ ਕੇ ਜਾ ਰਿਹਾ। ਸ਼ੇਖ ਸਦਰੁੱਦੀਨ ਦੇ ਪੁਰਖੇ ਈਰਾਨ 'ਚ ਵੱਸਦੇ ਸੀਗੇ। ਈਰਾਨ ਦਾ ਇੱਕ ਕਸਬਾ ਹੈ ਸ਼ੇਰਵਾਨ, ਸ਼ੇਰਵਾਨ 'ਚ ਰਹਿੰਦੇ ਸੀਗੇ। ਅਤੇ ਇਹਨਾਂ ਦੇ ਦਾਦੇ ਪੜਦਾਦੇ ਜਿਹੜੇ ਸੀਗੇ ਉਹ ਈਰਾਨ ਤੋਂ ਹਿਜਰਤ ਕਰਕੇ ਅਫਗਾਨਿਸਤਾਨ ਆ ਗਏ। ਅਫਗਾਨਿਸਤਾਨ ਦਾ ਇੱਕ ਕਸਬਾ ਹੈ, ਉਹ ਹੈ ਦਰਬਾਨ। ਅਤੇ ਦਰਬਾਨ ਔਰ ਸ਼ੇਰਵਾਨ, ਸ਼ੇਰਵਾਨ ਈਰਾਨ 'ਚ ਹੈ, ਦਰਬਾਨ ਅਫਗਾਨਿਸਤਾਨ ਦਾ। ਇਹ ਦੋਵੇਂ ਸਰਹੱਦਾਂ 'ਤੇ ਵਸੇ ਹੋਏ ਨੇ। ਤੋਂ ਹਿਜਰਤ ਕਰਕੇ ਉਹ ਅਫਗਾਨਿਸਤਾਨ 'ਚ ਆ ਕੇ ਰਹਿਣ ਲੱਗ ਗਏ। ਸ਼ੇਖ ਸਦਰੁੱਦੀਨ ਦਾ ਜਿਹੜਾ ਜਨਮ ਹੋਇਆ ਉਹ ਅਫਗਾਨਿਸਤਾਨ 'ਚ ਆ ਕੇ ਹੋਇਆ। ਤਾਂ ਜਦੋਂ ਇਹ ਬਚਪਨ ਦੇ ਵਿੱਚ ਸੀਗੇ, ਇਹ ਜਿਹੜੇ ਮਤਲਬ ਸੀ ਪਠਾਨ ਫੈਮਿਲੀ ਸੀਗੀ, ਇਹ ਪਠਾਨ ਪਰਿਵਾਰ। ਪਠਾਨ ਪਰਿਵਾਰ ਹੈ ਜਿਹੜਾ ਉਹ ਸ਼ਾਸਕ ਪਰਿਵਾਰ ਰਿਹਾ ਸ਼ੁਰੂ ਤੋਂ ਹੀ। ਇਹਨਾਂ ਦੇ ਵੰਸ਼ ਇਹ ਜਿਹੜੇ ਨੇ ਇਹ ਸ਼ੇਰਵਾਨੀ ਪਠਾਨ ਕਹਾਉਂਦੇ ਨੇ। ਸ਼ੇਰਵਾਨੀ ਪਠਾਨ ਨੇ ਜਿਹੜੇ ਉਹ ਪਠਾਨਾਂ ਦੇ ਵਿੱਚ ਵੀ ਥੋੜ੍ਹੇ ਉੱਚ ਹੁੰਦੇ ਨੇ, ਇਹਨਾਂ ਦਾ ਦਰਜਾ ਥੋੜ੍ਹਾ ਵੱਡਾ ਹੁੰਦਾ ਹੈ। ਤਾਂ ਇਹ ਜਦੋਂ ਪੈਦਾ ਹੋਏ, ਇਹਨਾਂ ਦੇ ਇੱਕ ਹੋਰ ਦੱਸ ਦੇਵਾਂ ਕਿ ਇਹਨਾਂ ਦੇ ਮਤਲਬ ਪੂਰੇ ਖਾਨਦਾਨ ਦੇ ਵਿੱਚ ਜਿਹੜਾ ਹੈ ਉਹ ਸੂਫੀ ਮਤ ਨੂੰ ਤਰਜੀਹ ਦਿੱਤੀ ਜਾਂਦੀ ਸੀ। ਮਤਲਬ ਸੂਫੀ ਮਤ ਨੂੰ ਮੰਨਦੇ ਸੀਗੇ ਇਹ ਲੋਕ। ਤਾਂ ਇਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਵੀ ਸੂਫੀ ਮਤ ਨੂੰ ਮੰਨਦੇ ਸੀ। ਇਹਨਾਂ ਦੇ ਪੈਦਾ ਹੋਣ ਤੋਂ ਬਾਅਦ ਉਹਨਾਂ ਨੇ ਬਚਪਨ ਦੇ ਵਿੱਚ ਹੀ ਜਦੋਂ ਸ਼ੇਖ ਸਦਰੁੱਦੀਨ ਨੂੰ ਦੇਖਿਆ ਤਾਂ ਇਹਨਾਂ ਦਾ ਜਿਹੜਾ ਧਿਆਨ ਸੀਗਾ ਉਹ ਖੇਡਾਂ ਵੱਲ ਨਹੀਂ ਸੀਗਾ, ਰੱਬ ਰੱਬ ਕਰਨ ਵੱਲ ਜ਼ਿਆਦਾ ਸੀਗਾ। ਤਾਂ ਬਥੇਰਾ ਇਹਨਾਂ ਨੂੰ ਕਹਿੰਦੇ ਸੀ ਕਿ ਤੂੰ ਬਾਹਰ ਜਾਇਆ ਕਰ, ਆਪਣੇ ਹਾਣੀਆਂ ਨਾਲ ਖੇਡ ਲਿਆ ਕਰ ਜਾ ਕੇ ਕੁਛ। ਪਰ ਇਹਨਾਂ ਦੇ ਦਿਮਾਗ 'ਚ ਉਹੀ ਇੱਕੋ ਹੀ ਗੱਲ ਵਸੀ ਹੋਈ ਸੀਗੀ, ਰੱਬ ਦੀ ਭਗਤੀ। ਔਰ ਕੋਈ ਹੋਰ ਦੁਨੀਆ ਦੀ ਕੋਈ ਗੱਲ ਕਰਨੀ ਇਹਨਾਂ ਦਾ ਧਿਆਨ ਨਹੀਂ ਸੀਗਾ। ਤਾਂ ਜਦੋਂ ਇਹ ਥੋੜ੍ਹੇ ਜਿਹੇ ਉਡਾਰ ਹੋਏ ਤਾਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਇੱਕ ਉਸ ਟਾਈਮ ਦੇ ਬਹੁਤ ਪਹੁੰਚੇ ਹੋਏ ਸੂਫੀ ਆਲਮ, ਉਹਨਾਂ ਕੋਲ ਇਹਨਾਂ ਨੂੰ ਛੱਡਤਾ ਕਿ ਇਹ ਮੁੰਡੇ ਦਾ ਤੁਸੀਂ ਕੁਛ ਕਰੋ, ਇਹਦਾ ਕੋਈ ਖੇਡਾਂ ਕਰਨੀ ਧਿਆਨ ਨਹੀਂ ਹੈ, ਇਹਨੂੰ ਤੁਸੀਂ ਪੜ੍ਹਾਓ, ਸਿੱਖਿਆ ਦੇਵੋ, ਜੋ ਮਰਜ਼ੀ ਕਰੋ, ਮੈਂ ਤੁਹਾਡੇ ਹਵਾਲੇ ਕਰਦਾ ਇਹ। ਉਹ ਕਹਿੰਦੇ ਠੀਕ ਹੈ ਜੀ। ਉਹਨਾਂ ਕੋਲ ਇਹ ਛੱਡਿਆ, ਇਹ ਛੱਡ ਕੇ ਆ ਗਏ। ਉੱਥੇ ਵੀ ਉਹਨਾਂ ਦਾ ਉਹੀ ਹਾਲ ਰਿਹਾ। ਅੰਤ ਇਹ ਹੋਈ ਕਿ ਜਦੋਂ ਉਹਨਾਂ ਨੇ ਬਚਪਨ ਤੋਂ ਜਵਾਨੀ 'ਚ ਪੈਰ ਰੱਖਿਆ ਤਾਂ ਜਿਨ੍ਹਾਂ ਕੋਲ ਇਹ ਛੱਡ ਕੇ ਆਏ ਸੀ ਇਹਨਾਂ ਦੇ ਪਿਤਾ ਜੀ, ਉਹਨਾਂ ਨੇ ਇਹਨਾਂ ਦੇ ਪਿਤਾ ਜੀ ਨੂੰ ਬੁਲਾ ਕੇ ਕਹਿੰਦੇ ਲਓ ਜੀ, ਤੁਹਾਡਾ ਬੇਟਾ ਜਿਹੜਾ ਹੈ ਉਹ ਤਾਂ ਵੈਸੇ ਹੀ ਬਹੁਤ ਪਹੁੰਚਿਆ ਹੋਇਆ ਔਰ ਸਾਰਾ ਗਿਆਨ ਹਾਸਿਲ ਕਰ ਲਿਆ ਉਹਨੇ, ਅਤੇ ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਵੀ ਇੱਥੇ ਮੈਂ ਰਹਿਣਾ ਅਤੇ ਇਹਨੂੰ ਮੈਂ ਇਹ ਹੁਕਮ ਦਿੰਦਾ ਕਿ ਇਹ ਕਿਸੇ ਹੋਰ ਥਾਂ ਜਾਵੇ, ਜਾ ਕੇ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰੇ। ਤਾਂ ਉਹ ਕਹਿੰਦੇ ਜੀ ਯਾਰ ਹੁਣ ਤੁਸੀਂ ਇੰਨਾ ਹੁਕਮ ਦੇ ਰਹੇ ਹੋ ਤਾਂ ਇਹ ਵੀ ਦੱਸ ਦਿਓ ਕਿ ਕਿੱਥੇ ਜਾਵਾਂ। ਸ਼ੇਖ ਸਦਰੁੱਦੀਨ ਨੇ ਕਿਹਾ ਕਿ ਤੁਹਾਡਾ ਕਿਹਾ ਸਿਰ ਮੱਥੇ,
ਮੈਂ ਤੁਹਾਡਾ ਹੁਕਮ ਮੰਨਾਂਗਾ, ਪਰ ਮੈਨੂੰ ਇਹ ਦੱਸੋ ਕਿ ਮੈਂ ਜਾਵਾਂ ਕਿੱਥੇ। ਉਹ ਕਹਿੰਦੇ ਤੂੰ ਹਿੰਦੁਸਤਾਨ 'ਚ ਜਾ। ਉਸ ਟਾਈਮ ਅਫਗਾਨਿਸਤਾਨ ਅਲੱਗ, ਹਿੰਦੁਸਤਾਨ, ਪਾਕਿਸਤਾਨ ਤਾਂ ਬਾਅਦ 'ਚ ਬਣਿਆ, ਸੰਨ 1947 ਦੀ 47 'ਚ ਬਣਿਆ। ਤਾਂ ਕਹਿੰਦੇ ਤੂੰ ਹਿੰਦੁਸਤਾਨ 'ਚ ਜਾ, ਉੱਥੇ ਜਾ ਕੇ ਇਸਲਾਮ ਦਾ ਪ੍ਰਚਾਰ ਕਰ। ਕਹਿੰਦੇ ਠੀਕ ਹੈ ਜੀ। ਇਹਨਾਂ ਨੇ ਆਪਣੇ ਨਾਲ ਇੱਕ ਕਾਫਲਾ 30-35 ਬੰਦਿਆਂ ਦਾ, ਕੁਛ ਇਹਨਾਂ ਦੇ ਸੇਵਕ ਸੀਗੇ, ਕੁਛ ਇਹਨਾਂ ਨੂੰ ਮੰਨਣ ਵਾਲੇ ਸੀਗੇ, ਕੁਛ ਇਹਨਾਂ ਦੇ ਸਾਥੀ ਸੀਗੇ, ਉਹ ਉੱਥੋਂ ਇਕੱਠੇ ਹੋ ਕੇ ਇਹ ਆਪਣੇ ਗੁਰੂ ਦੀ ਆਗਿਆ ਲੈ ਕੇ ਉੱਥੋਂ ਚੱਲ ਪਏ। ਇਹ ਜਿਹੜਾ ਵਾਕਿਆ ਹੈ ਇਹ 1446 ਈਸਵੀ ਦਾ, ਯਾਨੀ ਕਿ ਮੈਂ ਤੁਹਾਨੂੰ ਇਹ 600 ਸਾਲ ਪਿੱਛੇ ਲੈ ਕੇ ਜਾ ਰਿਹਾ। 1446 ਈਸਵੀ ਦੇ ਵਿੱਚ ਇਹ ਅਫਗਾਨਿਸਤਾਨ ਤੋਂ ਚੱਲ ਕੇ ਇੱਥੇ ਕਿੱਦਾਂ ਆਉਂਦੇ ਨੇ। ਇਹ ਜਿਹੜਾ ਸਤਲੁਜ ਦਰਿਆ ਅੱਜ ਲੁਧਿਆਣੇ ਤੋਂ ਪਰਾਂ ਤੁਸੀਂ ਦੇਖ ਰਹੇ ਹੋ, ਇਹ ਕਿਸੇ ਟਾਈਮ ਮਲੇਰਕੋਟਲੇ ਦੇ ਲਾਗੇ ਬਹਿੰਦਾ ਸੀਗਾ। ਇਹ ਮਲੇਰਕੋਟਲਾ ਦਾ ਉਸ ਟਾਈਮ ਹੈ ਨਹੀਂ ਸੀ। ਉਸ ਟਾਈਮ ਇੱਥੇ ਇੱਕ ਕਸਬਾ ਸੀਗਾ ਭੁਮਸੀ ਨਾਂ ਦਾ ਕਸਬਾ ਸੀਗਾ। ਅਤੇ ਉੱਧਰੋਂ ਅਫਗਾਨਿਸਤਾਨ ਵੱਲੋਂ ਜਿਹੜੀਆਂ ਵੀ ਫੌਜਾਂ ਜਾਂ ਕੋਈ ਵੀ ਕਾਫਲਾ ਆਉਂਦਾ ਸੀਗਾ ਤਾਂ ਉਹ ਸਤਲੁਜ ਦਰਿਆ ਪਾਰ ਕਰਕੇ ਨਾਈਟ ਸਟੇ ਕਰਦਾ ਸੀਗਾ। ਇੱਥੇ ਆਉਂਦਿਆਂ ਨੂੰ ਉਹਨਾਂ ਨੂੰ ਰਾਤ ਹੋ ਜਾਂਦੀ ਸੀਗੀ। ਜਿਹੜਾ ਉਹਨਾਂ ਦਾ ਪੜਾਅ ਹੁੰਦਾ ਸੀਗਾ ਉਹ ਭੁਮਸੀ 'ਚ ਹੁੰਦਾ ਸੀਗਾ। ਤਾਂ ਇਸ ਤਰ੍ਹਾਂ ਹੀ ਸ਼ੇਖ ਸਰੂਦੀਨ ਦਾ ਜਿਹੜਾ ਪੜਾਅ ਹੋਇਆ ਉਹ ਭੁਮਸੀ 'ਚ ਹੋਇਆ। ਭੁਮਸੀ 'ਚ ਆ ਕੇ ਰੁਕੇ ਰਾਤ। ਇਹ ਰਾਤ ਕੱਟਣ ਤੋਂ ਬਾਅਦ ਇਹਨਾਂ ਨੇ ਸਵੇਰੇ ਆਪਣੇ ਜਿਹੜੇ ਨਾਲ ਸਾਥੀ ਸੀਗੇ ਉਹਨਾਂ ਨੂੰ ਕਿਹਾ ਕਿ ਆਲੇ ਦੁਆਲੇ ਦੇਖੋ ਯਾਰ ਕੀ ਹੈ। ਉਹ ਆਏ, ਆ ਕੇ ਉਹਨਾਂ ਨੇ ਦੇਖਿਆ, ਦੇਖ ਕੇ ਘੁੰਮਾ ਕੇ ਜਦੋਂ ਵਾਪਸ ਗਏ ਕਹਿੰਦੇ ਹਾਂ ਵੀ ਕੀ ਖਬਰ ਲੈ ਕੇ ਆਏ ਹੋ। ਕਹਿੰਦੇ ਜੀ ਬਸ ਜਿੱਥੇ ਬੈਠੇ ਹਾਂ ਇੱਥੇ ਪਬਲਿਕ ਦਿਖ ਰਹੀ ਹੈ, ਇਹੀ ਬਸਿਆ ਹੋਇਆ ਹੈ, ਬਾਕੀ ਆਲੇ ਦੁਆਲੇ ਦਾ ਸਾਰੇ ਖੰਡਰ ਨੇ, ਕੁਛ ਨਹੀਂ ਹੈ ਇੱਥੇ। ਕਹਿੰਦੇ ਅੱਛਾ। ਕਹਿੰਦੇ ਕੋਈ ਬੰਦਾ ਨਹੀਂ ਦਿਖਦਾ, ਬੰਦੇ ਦੀ ਜਾਤ ਨਹੀਂ ਦਿਖਦੀ, ਖੰਡਰ ਨੇ ਜੀ ਚਾਰੋਂ ਪਾਸੇ। ਇੱਦਾਂ ਲੱਗਦਾ ਜਿੱਦਾਂ ਕੋਈ ਸ਼ਹਿਰ ਉਜੜਿਆ ਹੋਇਆ ਹੋਵੇ ਜਾਂ ਢਹਿ ਢੇਰੀ ਹੋ ਗਿਆ ਹੋਵੇ ਕੋਈ ਸ਼ਹਿਰ। ਕਹਿੰਦੇ ਚਲੋ ਦੇਖਦੇ ਹਾਂ। ਚੱਲ ਗਏ। ਸ਼ੇਖ ਸਾਹਿਬ ਆਏ ਭੁਮਸੀ ਤੋਂ, ਇਹ ਭੁਮਸੀ ਦੇ ਬਿਲਕੁਲ ਨਾਲ ਲੱਗਦਾ ਜੀ। ਆਏ, ਆ ਕੇ ਜਦੋਂ ਉਹਨਾਂ ਨੇ ਦੇਖਿਆ, ਦੇਖ ਕੇ ਪਤਾ ਨਹੀਂ ਸ਼ੇਖ ਸਾਹਿਬ ਨੂੰ ਕੀ ਦਿਖਿਆ ਇਸ ਸਥਾਨ ਦੇ ਵਿੱਚ। ਕਹਿੰਦੇ ਲਓ ਜੀ ਆਪਾਂ ਨੇ ਅੱਗੇ ਨਹੀਂ ਜਾਣਾ, ਆਪਾਂ ਇੱਥੇ ਹੀ ਰਹਾਂਗੇ ਹੁਣ। ਉਹ ਇੱਥੇ ਡੇਰੇ ਲੱਗਣਗੇ ਆਪਣੇ, ਇੱਥੇ ਹੀ ਰੁਕਾਂਗੇ ਆਪਾਂ। ਤਾਂ ਉਹ ਜਿਸ ਥਾਂ 'ਤੇ ਆ ਕੇ ਰੁਕੇ, ਉਹ ਜਿੱਥੇ ਅੱਜ ਇਹਨਾਂ ਦਾ ਮਜ਼ਾਰ ਬਣਿਆ ਹੋਇਆ ਹੈ ਇਹ ਥਾਂ ਹੈ। ਇੱਥੇ ਆ ਕੇ ਰੁਕੇ, ਉਹਨਾਂ ਨੇ ਆਪਣਾ ਡੇਰਾ ਬਣਾਇਆ, ਟੈਂਟ ਲਾਇਆ, ਡੇਰਾ ਬਣਾ ਕੇ ਇੱਥੇ ਉਹਨਾਂ ਨੇ ਰਹਿਣਾ ਸ਼ੁਰੂ ਕਰਤਾ। ਇਹ 1446 ਈਸਵੀ ਦੀ ਗੱਲ ਹੈ ਜੀ। ਤਾਂ ਇੱਥੇ ਉਹਨਾਂ ਕੋਲੇ ਕੁਝ ਲੋਕ ਆਲੇ ਦੁਆਲੇ ਦੇ ਆਉਣ ਲੱਗ ਗਏ। ਉਹਨਾਂ ਨੂੰ ਇਹ ਚੰਗੀਆਂ ਗੱਲਾਂ ਦੱਸਣ ਲੱਗ ਗਏ, ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰਨ ਲੱਗ ਗਏ, ਉਹਨਾਂ ਨੂੰ ਸਿੱਧੇ ਰਸਤੇ ਲਿਆਉਣ ਬਾਰੇ ਦੱਸਣ ਲੱਗ ਗਏ। ਉਹ ਇਹਨਾਂ ਦੀਆਂ ਗੱਲਾਂ ਦਾ ਅਸਰ ਇੰਨਾ ਹੋਇਆ ਕਿ ਲੋਕਾਂ ਨੇ ਅੱਗੇ ਦੀ ਅੱਗੇ ਦੱਸਣਾ ਸ਼ੁਰੂ ਕਰਤਾ, ਯਾਰ ਵੀ ਉੱਥੇ ਕੋਈ ਬਾਬਾ ਜੀ ਆਏ ਨੇ, ਉਹ ਤਾਂ ਗੱਲਾਂ ਬੜੀਆਂ ਵਧੀਆ ਕਰਦੇ ਨੇ, ਉਹ ਤਾਂ ਪਿਆਰ ਦੀਆਂ ਗੱਲਾਂ ਦੱਸਦੇ ਨੇ, ਸੰਦੇਸ਼ ਜਿਹੜਾ ਦਿੰਦੇ ਨੇ ਉਹ ਵੀ ਅਮਨ ਔਰ ਸ਼ਾਂਤੀ ਦਾ ਦਿੰਦੇ ਨੇ, ਵੀ ਉਹਨਾਂ 'ਚ ਤਾਂ ਪਿਆਰ ਭਾਵਨਾ ਹੀ ਬਹੁਤ ਜ਼ਿਆਦਾ। ਉਹ ਇੱਦਾਂ ਕਰਕੇ ਜੀ ਲੋਕ ਆਉਣੇ ਸ਼ੁਰੂ ਹੋ ਗਏ, ਜੁੜਨੇ ਸ਼ੁਰੂ ਹੋ ਗਏ। ਹੌਲੀ ਲੰਗਰ ਸ਼ੁਰੂ ਹੋ ਗਿਆ। ਬਾਬਾ ਜੀ ਦਾ ਇਹ ਡੇਰਾ ਬਹੁਤ ਵਧੀਆ ਰੌਣਕ ਵਾਲਾ ਹੋ ਗਿਆ ਜੀ। ਇਹ ਹੁਣ ਮੈਂ ਤੁਹਾਨੂੰ 46 ਤੋਂ 5 ਸਾਲ ਅੱਗੇ ਲੈ ਕੇ ਜਾਊਂਗਾ ਜੀ। 1451 ਈਸਵੀ ਦੇ ਵਿੱਚ ਬਹਿਲੋਲ ਲੋਧੀ ਅਫਗਾਨਿਸਤਾਨ ਤੋਂ ਚੜ੍ਹਾਈ ਕਰਕੇ ਹਿੰਦੁਸਤਾਨ 'ਤੇ ਆਇਆ, ਹਿੰਦੁਸਤਾਨ ਨੂੰ ਜਿੱਤਣ ਵਾਸਤੇ, ਇੱਥੇ ਦਾ ਸ਼ਹਿਨਸ਼ਾਹ ਬਣਨ ਵਾਸਤੇ। ਤਾਂ ਮੈਂ ਪਹਿਲਾਂ ਦੱਸ ਕੇ ਚੁੱਕਿਆ ਤੁਹਾਨੂੰ, ਜਿਹੜਾ ਪੜਾਅ ਹੁੰਦਾ ਸੀ ਭੁਮਸੀ ਜਗ੍ਹਾ ਹੁੰਦਾ ਸੀ। ਤਾਂ ਉਹਦੀਆਂ ਫੌਜਾਂ ਜਦੋਂ ਆਈਆਂ ਆ ਕੇ ਉਹਨਾਂ ਨੇ ਵੀ ਪੜਾਅ ਰਾਤ ਦਾ ਜਿਹੜਾ ਕੀਤਾ ਉਹ ਵੀ ਭੁਮਸੀ ਨਾਮਕ ਸਥਾਨ 'ਤੇ ਕੀਤਾ। ਤਾਂ ਉਹ ਰੁਕੇ ਰਾਤ ਨੂੰ। ਤਾਂ ਬਹਿਲੋਲ ਲੋਧੀ ਆਪਣੇ ਟੈਂਟ 'ਚ ਬੈਠਾ, ਆਲੇ ਦੁਆਲੇ ਫੌਜ ਲੱਗੀ ਹੋਈ ਹੈ, ਫੌਜ ਦੇ ਟੈਂਟ ਨੇ ਚਾਰੋਂ ਪਾਸੇ। ਤਾਂ ਇੱਦਾਂ ਹੀ ਉਹਨੇ ਕਿਹਾ ਕਿ ਦੇਖੋ ਵੀ ਆਲੇ ਦੁਆਲੇ ਪਾਣੀ ਹੈਗਾ, ਇੱਥੇ ਆਬਾਦੀ ਹੈਗੀ, ਹੋਰ ਦੇਖੋ ਕੀ ਹੈ। ਉਹਦੇ ਫੌਜੀਆਂ ਨੇ ਇੱਧਰ ਉੱਧਰ ਦੌੜ ਕੇ, ਉਹ ਕਹਿੰਦੇ ਜੀ ਆਲੇ ਦੁਆਲੇ ਦਾ ਕੁਛ ਨਹੀਂ ਦਿਸ ਰਿਹਾ। ਇੱਕ ਬਜ਼ੁਰਗ ਬੈਠੇ ਨੇ, ਇੱਕ ਕੁੱਲੀ ਪਾਈ, ਅਤੇ ਉੱਥੇ ਰੱਬ ਕਰਦੇ ਨੇ। ਉਹਨਾਂ ਨੂੰ ਕਿਸੇ ਦਾ ਆਏ ਦਾ ਨਹੀਂ ਪਤਾ, ਕਿਸੇ ਦਾ ਗਏ ਦਾ ਨਹੀਂ ਪਤਾ। ਕਹਿੰਦੇ ਅੱਛਾ। ਕਹਿੰਦੇ ਫਿਰ ਐਂ ਕਹੋ ਉਹਨਾਂ ਨੂੰ ਬੁਲਾਓ। ਬੁਲਾ ਕੇ ਕਹਿੰਦੇ ਉਹਨਾਂ ਨੂੰ ਕਹੋ ਕਿ ਤੁਹਾਨੂੰ ਬੁਲਾਇਆ। ਫੌਜੀ ਆਏ, ਆ ਕੇ ਕਹੇ ਬਾਬਾ ਜੀ ਤੁਹਾਨੂੰ ਸ਼ਹਿਨਸ਼ਾਹ ਨੇ ਬੁਲਾਇਆ। ਕਹਿੰਦੇ ਕੌਣ ਸ਼ਹਿਨਸ਼ਾਹ? ਕਹਿੰਦੇ ਬਹਿਲੋਲ ਲੋਧੀ। ਕਹਿੰਦੇ ਵੀ ਮੈਂ ਕਿਸੇ ਬਹਿਲੋਲ ਲੋਧੀ ਨੂੰ ਨਹੀਂ ਜਾਣਦਾ,
ਮੈਂ ਬਜ਼ੁਰਗ ਆਦਮੀ ਆ। ਕਹਿੰਦੇ ਉਹ ਰਾਜਾ ਹੈ। ਕਹਿੰਦੇ ਹੋਊਗਾ ਭਾਈ, ਮੈਨੇ ਰਾਜਿਆਂ ਤੋਂ ਕੀ ਲੈਣਾ ਹੈ, ਮੈਂ ਤਾਂ ਫਕੀਰ ਆਦਮੀ ਆ, ਫੱਕਰ ਆ, ਮੈਨੇ ਰਾਜਿਆਂ ਤੋਂ ਕੀ ਲੈਣਾ। ਤੇ ਮੈਂ ਇਬਾਦਤ ਕਰ ਰਿਹਾ, ਮੇਰੀ ਇਬਾਦਤ 'ਚ ਖਲਲ ਪਊਗਾ। ਅਗਰ ਉਹਨਾਂ ਨੇ ਮਿਲਣਾ ਹੀ ਹੈ ਤਾਂ ਉਹ ਆਪ ਆ ਜਾਣ ਉਰੇ। ਉਹ ਫੌਜੀਆਂ ਨੇ ਜਾ ਕੇ ਕਹਿ ਦਿੱਤਾ। ਹੁਣ ਫੌਜੀਆਂ ਨੂੰ ਤਾਂ ਇਹ ਲੱਗਿਆ ਕਿ ਇਹ ਗੱਲ ਸੁਣ ਕੇ ਬਹਿਲੋਲ ਲੋਧੀ ਆ ਗੁੱਸੇ 'ਚ ਆ ਜਾਊਗਾ, ਉਹ ਕਹੂਗਾ ਬਾਬਾ ਜੀ ਨੂੰ ਚੱਕ ਕੇ ਲੈ ਕੇ ਆਓ ਜਾਂ ਇਹਨਾਂ ਨੂੰ ਕਤਲ ਕਰ ਦਿਓ। ਪਰ ਉਹ ਹੋਇਆ ਉਲਟਾ ਅਸਰ। ਜਦੋਂ ਉਹਨਾਂ ਨੇ ਦੱਸਿਆ ਜਾ ਕੇ ਤਾਂ ਬਹਿਲੋਲ ਲੋਧੀ ਨੇ ਸੋਚਿਆ ਵੀ ਜਿਹੜਾ ਬੰਦਾ ਇਹ ਗੱਲ ਕਹਿ ਸਕਦਾ ਹੈ ਤਾਂ ਉਹਦੇ ਵਿੱਚ ਕੁਛ ਨਾ ਕੁਛ ਹੈਗਾ। ਤਾਂ ਉਹ ਕਿਹਾ ਵੀ ਚਲੋ ਆਪਾਂ ਹੀ ਮਿਲਣ ਚੱਲਦੇ ਹਾਂ ਜੀ। ਬਹਿਲੋਲ ਲੋਧੀ ਮਿਲਣ ਆਇਆ, ਆ ਕੇ ਮਿਲਿਆ, ਦੱਸਿਆ ਕਿ ਮੈਂ ਜੀ ਅਫਗਾਨਿਸਤਾਨ ਤੋਂ ਆਇਆ। ਉਹ ਕਹਿੰਦੇ ਭਾਈ ਅਫਗਾਨਿਸਤਾਨ ਤੋਂ ਤਾਂ ਮੈਂ ਵੀ ਆਇਆ, ਮੈਂ ਵੀ ਅਫਗਾਨਿਸਤਾਨ ਦਾ ਹੀ ਹਾਂ ਅਤੇ ਮੈਨੂੰ ਆਏ ਨੂੰ 5 ਸਾਲ ਹੋ ਗਏ ਉਰੇ। ਮੇਰਾ ਇਹ ਡੇਰਾ ਜਿਹੜਾ ਹੈ 5 ਸਾਲ ਪਹਿਲਾਂ ਮੈਨੇ ਵਸਾਇਆ ਸੀ ਆ ਕੇ, ਅਤੇ ਇਹਨੇ ਮੇਰੇ ਤੋਂ ਫਕੀਰ ਤੋਂ ਕੀ ਲੈਣਾ। ਉਹ ਕਹਿੰਦਾ ਜੀ ਜੇ ਤੁਸੀਂ ਐਡੀਓ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ ਦਿਲ ਦੀ ਗੱਲ ਆਪਣੀ ਖੁੱਲ੍ਹ ਕੇ ਦੱਸ ਦਿੰਦਾ। ਕਹਿੰਦੇ ਮੈਂ ਆਇਆ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ, ਜਿੱਤਣ ਵਾਸਤੇ। ਮੈਂ ਫੌਜ ਲੈ ਕੇ ਚੜ੍ਹਾਈ ਕਰਕੇ ਆਇਆ। ਤੁਸੀਂ ਮੇਰੇ ਹੱਕ 'ਚ ਇਹ ਦੁਆ ਕਰੋ ਕਿ ਮੈਂ ਦਿੱਲੀ ਜਾ ਕੇ ਫਤਿਹ ਕਰ ਲਵਾਂ। ਉਹ ਕਹਿੰਦੇ ਭਾਈ ਕਰ, ਮੈਨੂੰ ਕੋਈ ਉਹ ਨਹੀਂ, ਫਤਿਹ ਕਰ ਤੂੰ, ਪਰ ਇੱਕ ਖਿਆਲ ਰੱਖੀ ਕਿ ਬਹੁਤਾ ਖੂਨ ਖਰਾਬਾ ਨਾ ਹੋਵੇ। ਇਹ ਜਿਹੜੀਆਂ ਜੰਗਾਂ ਹੁੰਦੀਆਂ ਨੇ ਇਹਦੇ 'ਚ ਖੂਨ ਖਰਾਬੇ ਹੁੰਦੇ ਨੇ। ਜਾਂ ਮੇਰੀ ਦੁਆ ਹੈ ਤੂੰ ਫਤਿਹ ਕਰ ਲਏਗਾ। ਕਹਿੰਦੇ ਠੀਕ ਹੈ ਜੀ। ਉਹ ਸਵੇਰੇ ਜੀ ਦਿੱਲੀ ਨੂੰ ਚੜ੍ਹਾਈ ਕਰਤੀ। ਬਾਬਾ ਜੀ ਆਪਣੇ ਰੱਬ ਰੱਬ ਕਰ ਰਹੇ ਨੇ ਡੇਰੇ 'ਚ ਬੈਠੇ। ਤਾਂ ਜਦੋਂ ਦਿੱਲੀ ਤੋਂ ਕੁਝ ਫਾਸਲੇ 'ਤੇ ਉਹ ਪਹੁੰਚਿਆ, ਦਿੱਲੀ ਉਸ ਟਾਈਮ ਜਿਹੜਾ ਸੀਗਾ ਸੈਯਦ ਵੰਸ਼ ਦਾ ਰਾਜ ਚੱਲਦਾ ਸੀਗਾ। ਸੈਯਦ ਵੰਸ਼ ਦਾ ਆਖਰੀ ਰਾਜਾ ਸੀ ਜਿਹੜਾ, ਉਹ ਥਾ ਮਹਿਮੂਦ ਸ਼ਾਹ, ਸੈਯਦ ਮਹਿਮੂਦ ਸ਼ਾਹ। ਮਹਿਮੂਦ ਸ਼ਾਹ ਦਾ ਜਿਹੜਾ ਸ਼ਾਸਨ ਸੀਗਾ ਉਹ ਡਾਵਾਂਡੋਲ ਸੀ, ਉਹਦੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਸੀਗਾ। ਤਾਂ ਉਹਨੂੰ ਜਦੋਂ ਪਤਾ ਲੱਗਿਆ ਕਿ ਅਫਗਾਨਿਸਤਾਨ ਤੋਂ ਬਹਿਲੋਲ ਲੋਧੀ ਚੜ੍ਹਾਈ ਕਰਕੇ ਆ ਰਿਹਾ, ਫੌਜ ਬੜੀ ਨਾਲ ਹੈ ਉਹਦੇ, ਅਤੇ ਉਹ ਦਿੱਲੀ ਪਹੁੰਚਣ ਵਾਲਾ ਹੈ, ਉਹ ਦਿੱਲੀ ਛੱਡ ਕੇ ਹੀ ਭੱਜ ਗਿਆ ਜੀ। ਜਿਹੜਾ ਸੈਯਦ ਵੰਸ਼ ਦਾ ਆਖਰੀ ਰਾਜਾ ਸੀਗਾ ਉਹ ਛੱਡ ਕੇ ਭੱਜ ਗਿਆ, ਬਜਾਏ ਮੁਕਾਬਲਾ ਕਰਨ ਦੇ ਖਾਲੀ ਕਰ ਗਿਆ ਦਿੱਲੀ। ਉਸ ਤੋਂ ਬਾਅਦ ਬਹਿਲੋਲ ਲੋਧੀ ਸਾਹਿਬ ਗਏ। ਇਹਨਾਂ ਨੂੰ ਬਗੈਰ ਕਿਸੇ ਖੂਨ ਖਰਾਬੇ ਤੋਂ ਇੱਕ ਵੀ ਬੰਦੇ ਨੂੰ ਮਾਰਨਾ ਨਹੀਂ ਪਿਆ, ਕੋਈ ਜੰਗ ਨਹੀਂ ਲੜਨੀ ਪਈ। ਜਾ ਕੇ ਇਹ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੀ ਬਹਿਲੋਲ ਲੋਧੀ ਤੋਂ ਸ਼ਹਿਨਸ਼ਾਹ ਬਹਿਲੋਲ ਲੋਧੀ ਬਣ ਗਿਆ ਜੀ, ਹਿੰਦੁਸਤਾਨ ਦਾ ਮਾਲਕ ਬਣ ਗਿਆ। ਕੁਝ ਦਿਨਾਂ ਬਾਅਦ ਉਹਦੇ ਯਾਦ ਆਇਆ ਕਿ ਯਾਰ ਰਸਤੇ 'ਚ ਇੱਕ ਬਜ਼ੁਰਗ ਨੂੰ ਮਿਲੇ ਸੀਗੇ, ਉਹਨੇ ਕਿਹਾ ਸੀਗਾ ਕਿ ਕੋਈ ਖੂਨ ਖਰਾਬਾ ਨਾ ਕਰੀ, ਖੂਨ ਖਰਾਬਾ ਚੰਗਾ ਨਹੀਂ ਹੁੰਦਾ, ਅਤੇ ਜਾ ਤੇਰੀ ਜਿੱਤ ਹੋਊਗੀ। ਕਹਿੰਦਾ ਇਹ ਤਾਂ ਭਾਈ ਉਹ ਬਜ਼ੁਰਗ ਦੀ ਦੁਆ ਲੱਗੀ ਹੈ ਕਹਿੰਦਾ ਮੈਨੂੰ। ਅਤੇ ਮੈਂ ਤਾਂ ਕਹਿੰਦਾ ਸ਼ਾਸਨ ਕਰਦੇ ਉਹਦੇ ਹਾਸਲ ਹੋਣ ਤੋਂ ਬਾਅਦ ਭੁੱਲ ਹੀ ਗਿਆ ਸੀਗਾ ਕਹਿੰਦਾ। ਅਤੇ ਕਹਿੰਦਾ ਵੀ ਮੈਨੂੰ ਹੁਣ ਉਹਨੂੰ ਮਿਲਣਾ ਚਾਹੀਦਾ। ਤਾਂ ਫਿਰ ਉਹ ਜਦੋਂ ਵਾਪਸ ਅਫਗਾਨਿਸਤਾਨ ਜਾ ਰਿਹਾ ਸੀਗਾ ਇੱਕ ਵੇਲੇ, ਤਾਂ ਵਾਪਸੀ ਦੇ ਵਿੱਚ ਉਹ ਫਿਰ ਰੁਕਿਆ ਮਲੇਰਕੋਟਲੇ, ਬਾਬਾ ਜੀ ਨੂੰ ਮਿਲਿਆ। ਮਿਲ ਕੇ ਤਾਂ ਬਾਬਾ ਜੀ ਕਹਿੰਦੇ ਭਾਈ ਭੁੱਲ ਗਿਆ। ਕਹਿੰਦੇ ਨਹੀਂ ਜੀ ਭੁੱਲਿਆ ਤਾਂ ਨਹੀਂ ਸੀਗਾ ਮੈਂ ਤੁਹਾਨੂੰ, ਮੈਂ ਯਾਦ ਹੈ, ਪਰ ਮੈਂ ਮਜਬੂਰ ਸੀਗਾ, ਥੋੜ੍ਹਾ ਕੰਮਾਂ 'ਚ ਰੁੱਝ ਗਿਆ ਸੀ। ਅਤੇ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ। ਕਹਿੰਦੇ ਜੀ ਮੈਂ ਇੱਕ ਤਾਂ ਤੁਹਾਡੇ ਵਾਸਤੇ ਕੁਝ ਤੋਹਫੇ ਲੈ ਕੇ ਆਇਆ। ਉਹ ਕਹਿੰਦੇ ਮੈਨੇ ਫਕੀਰ ਨੇ ਕੀ ਕਰਨੇ ਨੇ ਤੋਹਫੇ। ਇੱਕ ਕਹਿੰਦੇ ਜੀ ਮੈਂ ਪੇਸ਼ਕਸ਼ ਕਰਨੀ ਆ ਤੁਹਾਨੂੰ, ਵੀ ਦੋਵੇਂ ਹੱਥ ਜੋੜ ਕੇ ਕਹਿਣਾ ਕਿ ਇਹਨੂੰ ਮੰਨ ਲਿਓ। ਉਹ ਕਹਿੰਦੇ ਕੀ ਭਾਈ ਮੰਨਣ ਵਾਲੀ ਹੋਊਗੀ ਤਾਂ ਜ਼ਰੂਰ ਮੰਨੂਗਾ। ਕਹਿੰਦੇ ਪੇਸ਼ਕਸ਼ ਇਹ ਹੈ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਤੁਹਾਡੇ ਨਾਲ ਕਰਨੀ ਚਾਹੁੰਦਾ। ਉਹ ਕਹਿੰਦਾ ਤੂੰ ਇੱਕ ਭਾਈ ਸ਼ਹਿਨਸ਼ਾਹ, ਤੇਰੀ ਬੇਟੀ ਸ਼ਹਿਨਸ਼ਾਹ ਦੀ ਬੇਟੀ ਹੋਊਗੀ, ਅਤੇ ਮੈਂ ਇੱਕ ਫਕੀਰ ਆਦਮੀ, ਉਹ ਮਹਿਲਾਂ 'ਚੋਂ ਆ ਕੇ ਫਕੀਰਾਂ ਦੀ ਕੁਟੀਆ ਦੇ ਵਿੱਚ ਗੁਜ਼ਾਰਾ ਕਰ ਲੂ। ਕਹਿੰਦੇ ਹਾਂ ਜੀ ਕਰ ਲੂ, ਮੈਨੂੰ ਮੇਰੀ ਬੇਟੀ ਬਾਰੇ ਪਤਾ ਹੈ, ਉਹ ਗੁਜ਼ਾਰਾ ਕਰ ਲੂਗੀ, ਤੁਸੀਂ ਹਾਂ ਕਰੋ। ਬਾਬਾ ਜੀ ਕਹਿੰਦੇ ਠੀਕ ਹੈ ਭਾਈ, ਜਦ ਤੇਰੀ ਉਹ ਹੈ ਮਨਸ਼ਾ ਇਹ ਹੈ ਤਾਂ ਫਿਰ ਮੇਰੀ ਵੀ ਹਾਂ ਹੈ। ਕਹਿੰਦੇ ਠੀਕ ਹੈ ਜੀ। ਗੱਲ ਮੁੱਕਦੀ ਇਹ ਹੈ ਕਿ ਬਹਿਲੋਲ ਲੋਧੀ ਨੇ ਆਪਣੀ ਬੇਟੀ, ਜਿਸ ਦਾ ਨਾਮ ਤਾਜ ਮੁਰੱਸਾ ਬੇਗਮ ਸੀਗਾ, ਉਸ ਦੀ ਸ਼ਾਦੀ ਸ਼ੇਖ ਸਦਰੁਦੀਨ ਨਾਲ ਕਰਤੀ। ਤਾਂ ਦਾਜ ਦੇ ਵਿੱਚ ਉਹਨਾਂ ਨੇ 56 ਪਿੰਡ ਔਰ 12 ਪਰਗਨੇ, ਪਰਗਨਾ ਕਿਹਾ ਜਾਂਦਾ ਕਸਬੇ ਨੂੰ, 12 ਕਸਬੇ ਔਰ 56 ਪਿੰਡ ਦਾਜ ਦੇ ਵਿੱਚ ਦਿੱਤੇ। ਅਤੇ ਇਸ ਧਰਤੀ ਦਾ
ਇਹਨਾਂ ਨੂੰ ਜਾਗੀਰਦਾਰ ਨਿਯੁਕਤ ਕਰਤਾ ਕਿ ਇੱਥੇ ਦੇ ਜਾਗੀਰਦਾਰ ਤੁਸੀਂ, ਸਾਰਾ ਲਗਾਨ ਤੁਸੀਂ ਵਸੂਲ ਕਰੋਗੇ, ਇਹਦੇ ਤੁਸੀਂ ਮਾਲਕ ਹੋਵੋਗੇ, ਜਾਗੀਰਦਾਰੀ ਚਲਾਓਗੇ ਤੇ ਆਲੇ ਦੁਆਲੇ ਦੇ 56 ਪਿੰਡਾਂ ਦੇ ਵੀ ਤੁਸੀਂ ਮਾਲਕ ਹੋਵੋਗੇ। ਤੇ ਕਹਿੰਦੇ ਠੀਕ ਹੈ ਜੀ। ਉਹ ਹੁਣ ਇਹ ਜਿਹੜੇ ਇੱਕ ਫਕੀਰ ਫੱਕਰ ਆਦਮੀ ਸੂਫੀ ਸੰਤ ਜਾਗੀਰਦਾਰ ਬਣ ਗਿਆ। ਹੁਣ ਉਹਨਾਂ ਨੂੰ ਜਾਗੀਰਦਾਰੀ ਦਾ ਕੀ ਪਤਾ ਸੀ? ਉਹ ਤਾਂ ਇੱਕ ਫਕੀਰ ਬੰਦੇ ਸੀਗੇ ਰੱਬ ਰੱਬ ਕਰਨ ਵਾਲੇ। ਖੈਰ ਉਹ ਜਾਗੀਰਦਾਰੀ ਵੀ ਚਲਾਈ ਗਏ ਅਤੇ ਆਪਣੀ ਭਗਤੀ ਵੀ ਕਰੀ ਗਏ। ਇੱਥੇ ਆ ਕੇ ਥੋੜ੍ਹਾ ਜਿਹਾ ਮੈਂ ਇਹਨੂੰ ਮੋੜ ਦੇਵਾਂਗਾ ਗੱਲ ਨੂੰ। ਤਾਂ ਹੁਣ ਇਹ ਜਿਹੜੀ ਜਗ੍ਹਾ 'ਤੇ ਉਹ ਬੈਠੇ ਸੀਗੇ ਕੁੱਲੀ ਪਾਈ, ਇਹ ਕੀ ਸੀ? ਹੁਣ ਲੋਕ ਸੋਚਣਗੇ ਤਾਂ ਇਹ ਜਿਹੜੇ ਖੰਡਰਾਂ 'ਚ ਬੈਠੇ ਸੀਗੇ ਇਹ ਕੀ ਸੀ? ਤਾਂ ਇਹ ਖੰਡਰ ਇਤਿਹਾਸ ਇਹ ਦੱਸਦਾ ਹੈ, ਬਹੁਤਾ ਜ਼ਿਆਦਾ ਤਾਂ ਮੈਨੂੰ ਮਿਲਿਆ ਨਹੀਂ ਕਿਤੋਂ, ਜਿੰਨਾ ਕੁ ਮਿਲਿਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਸੇ ਟਾਈਮ ਯਾਨੀ ਕਿ ਬਹੁਤ ਦੇਰ ਪਹਿਲਾਂ ਇਸ ਥਾਂ 'ਤੇ ਮਲਹੇਰ ਸਿੰਘ ਨਾਂ ਦੇ ਇੱਕ ਰਾਜੇ ਦਾ ਰਾਜ ਸੀਗਾ। ਉਸ ਨੇ ਇਹ ਕਸਬਾ ਵਸਾਇਆ ਸੀਗਾ ਔਰ ਇਸ ਦਾ ਨਾਮ ਉਹਨੇ ਮਲਹੇਰਗੜ੍ਹ ਰੱਖਿਆ ਸੀਗਾ। ਔਰ ਉਹ ਜਿਹੜਾ ਮਲਹੇਰ ਸਿੰਘ ਸੀਗਾ ਉਹ ਰਾਜਾ ਭੀਮ ਸੈਨ ਦੇ ਵੰਸ਼ ਦੇ ਵਿੱਚੋਂ ਸੀਗਾ। ਔਰ ਇਹ ਜਿਹੜਾ ਭੁਮਸੀ ਸੀਗਾ ਇਹ ਵੀ ਉਹਦੇ ਵੰਸ਼ ਦੇ ਵਿੱਚੋਂ ਹੀ ਵਸਾਇਆ ਹੋਇਆ ਸੀਗਾ। ਉਹਦੇ ਬੇਟੇ ਨੇ ਇਹਦਾ ਨਾਮ ਭੁਮਸੀ ਰੱਖਿਆ ਹੋਇਆ ਸੀਗਾ। ਇਹ ਜਿਹੜਾ ਸੀਗਾ ਮਲਹੇਰਗੜ੍ਹ ਇਹ ਉੱਜੜ ਗਿਆ ਸੀਗਾ। ਵੰਸ਼ ਦਾ ਜਿਹੜਾ ਰਾਜਕਾਲ ਸੀਗਾ ਉਹ ਖਤਮ ਹੋ ਗਿਆ ਸੀਗਾ। ਅਤੇ ਉਹ ਭੀਮ ਸੈਨ ਆਪਣੇ ਮਲਹੇਰ ਸਿੰਘ ਜੀ ਕਿੱਥੇ ਗਏ ਉਹਦੇ ਬਾਰੇ ਪਤਾ ਨਹੀਂ। ਉਹਨਾਂ ਦਾ ਵੰਸ਼ ਅੱਜ ਹੈ ਕਿੱਥੇ ਹੈ ਇਹਦੇ ਬਾਰੇ ਮੈਨੂੰ ਹੋਣਾ ਕਿਤੇ ਨਾ ਕਿਤੇ ਤਾਂ ਜ਼ਰੂਰ ਹੋਣਾ, ਕਿਉਂਕਿ ਵੰਸ਼ ਖਤਮ ਨਹੀਂ ਹੁੰਦੇ ਵੰਸ਼ ਚੱਲਦੇ ਰਹਿੰਦੇ ਹੁੰਦੇ ਨੇ, ਰਾਜ ਭਾਗ ਖਤਮ ਹੋ ਜਾਂਦੇ ਹੁੰਦੇ ਨੇ। ਤਾਂ ਉਸ ਤੋਂ ਬਾਅਦ ਕੀ ਹੋਇਆ ਜੀ, ਲੋਕਾਂ ਨੇ ਕਿਉਂਕਿ ਪੁਰਾਣਾ ਮਲਹੇਰਗੜ੍ਹ ਸੀਗਾ ਉਹ ਲੋਕ ਭੁੱਲ ਭੁਲਾ ਗਏ ਸੀਗੇ। ਤਾਂ ਸ਼ੇਖ ਸਦਰੂਦੀਨ ਦੇ ਆਬਾਦ ਕਰਨ ਤੋਂ ਬਾਅਦ ਜਦੋਂ ਲੋਕ ਇਹਨਾਂ ਕੋਲ ਆਉਣ ਲੱਗ ਗਏ ਤਾਂ ਲੋਕਾਂ ਨੇ ਇਹਨੂੰ ਮਲੇਰ ਮਲੇਰ ਕਹਿਣਾ ਮਲਹੇਰ ਦੀ ਜਗ੍ਹਾ ਮਲੇਰ ਕਹਿਣਾ ਸ਼ੁਰੂ ਕਰਤਾ ਇਹਨੂੰ। ਤਾਂ ਜਦੋਂ ਮਲੇਰ ਕਹਿਣਾ ਸ਼ੁਰੂ ਕਰਤਾ ਤਾਂ ਇਹਦਾ ਨਾਮ ਮਲੇਰ ਹੀ ਪੱਕ ਗਿਆ, ਮਲੇਰ ਪੱਕਾ ਹੋ ਗਿਆ। ਮਲਹੇਰਗੜ੍ਹ ਤੋਂ ਮਲੇਰ ਬਣ ਗਿਆ। ਇਹ ਹੈ ਮਲੇਰ ਕੋਟਲੇ ਦੀ, ਕੋਟਲਾ ਨਹੀਂ ਹਜੇ ਆਇਆ, ਮਲੇਰ, ਇਹ ਮਲੇਰ ਦੀ ਹਿਸਟਰੀ ਹੈ। ਇਹ ਉਸ ਤੋਂ ਬਾਅਦ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਸੀਗੀ, ਇਹ ਦੱਸੀ ਸੀ 1446 ਈਸਵੀ। ਫਿਰ ਬਹਿਲੋਲ ਲੋਧੀ ਵਾਲਾ 1451 ਇਹ ਜਿਹੜਾ ਹੁਣ ਮਲੇਰ ਦਾ ਪੱਕਾ ਨਾਮ ਮਲੇਰ ਕਰਤਾ, ਦਿੱਲੀ ਤੋਂ ਮਨਜ਼ੂਰੀ ਮਿਲ ਗਈ, ਉਹ 1454 ਈਸਵੀ ਹੈ। 1446 ਈਸਵੀ 'ਚ ਇੱਥੇ ਬਾਬਾ ਜੀ ਆਏ, 1451 ਦੇ ਵਿੱਚ ਬਹਿਲੋਲ ਲੋਧੀ ਆਇਆ, 1454 ਦੇ ਵਿੱਚ ਇਸ ਨੂੰ ਪੱਕਾ ਮਲੇਰ ਨਾਮ ਦੇ ਕੇ ਜਾਗੀਰਦਾਰੀ ਪੱਕੀ ਕਰ ਦਿੱਤੀ ਗਈ। ਸ਼ੇਖ ਸਦਰੂਦੀਨ ਨੂੰ ਇਹਦਾ ਜਾਗੀਰਦਾਰ ਨਿਯੁਕਤ ਕਰ ਦਿੱਤਾ ਗਿਆ। 1454 1460 ਦੇ ਵਿੱਚ ਜਿਹੜਾ ਨਾਲ ਲੱਗਦਾ ਭੁਮਸੀ ਇਲਾਕਾ ਸੀਗਾ ਇਹਨੂੰ ਵੀ ਮਲੇਰ ਦੇ ਵਿੱਚ ਹੀ ਸ਼ਾਮਲ ਕਰ ਲਿੱਤਾ ਗਿਆ 1460 'ਚ। ਯਾਨੀ ਕਿ ਭੁਮਸੀ ਜਿਹੜਾ ਸੀ ਉਹ ਮਲੇਰ ਦਾ ਹੀ ਹਿੱਸਾ ਹੋ ਗਿਆ। ਜਿੱਥੇ 56 ਪਿੰਡ 12 ਪਰਗਨੇ ਸੀਗੇ 12 ਕਸਬੇ, ਉੱਥੇ ਭੁਮਸੀ ਵੀ ਵਿੱਚ ਸ਼ਾਮਲ ਹੋ ਗਿਆ 1460 ਦੇ ਵਿੱਚ। ਇਹ ਸੀਗੀ ਜਾਗੀਰਦਾਰੀ। ਹੁਣ ਇਹਨੂੰ ਆਪਾਂ ਇਸ ਟੌਪਿਕ ਨੂੰ ਇੱਥੇ ਛੱਡਾਂਗੇ। ਹੁਣ ਆਪਾਂ ਥੋੜ੍ਹਾ ਅੱਗੇ ਚੱਲਦੇ ਹਾਂ, ਕਿਉਂਕਿ ਜੇ ਮੈਂ ਬਹੁਤਾ ਬਰੀਫਲੀ ਦੱਸਣ ਲੱਗ ਗਿਆ ਫਿਰ ਟਾਈਮ ਬਹੁਤ ਚਾਹੀਦਾ, ਲੰਬਾ ਚਲਾ ਜਾਏਗਾ। ਤਾਂ ਬਾਬਾ ਜੀ ਦੀ ਸ਼ਾਦੀ ਜਿਹੜੀ ਹੋਈ ਸ਼ੇਖ ਸਦਰੂਦੀਨ ਦੀ ਤਾਜ ਮੁਰੱਸਾ ਬੇਗਮ ਨਾਲ, ਬਹਿਲੋਲ ਲੋਧੀ ਦੀ ਬੇਟੀ ਨਾਲ। ਉਸ ਤੋਂ ਬਾਅਦ ਬਾਬਾ ਜੀ ਦੀ ਇੱਕ ਸ਼ਾਦੀ ਹੋਰ ਹੋਈ। ਉਹ ਕਪੂਰਥਲੇ ਦੀ ਇੱਕ ਭੱਟੀ ਫੈਮਿਲੀ ਸੀ, ਰਈਸ ਸੀਗੇ ਉੱਥੇ ਦੇ, ਬਹੁਤ ਅਮੀਰ ਬੰਦੇ ਸੀਗੇ। ਉਹ ਸੀ ਰਾਏ ਬਹਿਰਾਮ ਸ਼ਾਹ ਭੱਟੀ, ਰਾਏ ਬਹਿਰਾਮ ਸ਼ਾਹ ਭੱਟੀ। ਦੂਸਰੀ ਸ਼ਾਦੀ ਉਹਨਾਂ ਨਾਲ ਹੋਈ। ਇਹਨਾਂ ਦਾ ਨਾਮ ਸੀ, ਪਹਿਲੀ ਦਾ ਨਾਮ ਸੀ ਤਾਜ ਮੁਰੱਸਾ ਬੇਗਮ, ਉਹਨਾਂ ਦਾ ਨਾਮ ਥਾ ਮੁਰਤਜ਼ਾ ਬੇਗਮ। ਮੁਰਤਜ਼ਾ ਬੇਗਮ ਨਾਲ ਦੂਜੀ ਸ਼ਾਦੀ ਹੋਈ ਔਰ ਇਹ ਦੋਨਾਂ ਦੇ ਕੁੱਖ ਤੋਂ ਬਾਬਾ ਜੀ ਦੇ ਔਲਾਦ ਹੋਈ। ਜਿਹੜੀ ਬਹਿਲੋਲ ਲੋਧੀ ਦੀ ਬੇਟੀ ਸੀ ਉਹਦੇ 3 ਬੇਟੇ ਹੋਏ। ਜਿਹੜੀ ਭੱਟੀਆਂ ਦੀ ਸੀਗੀ ਉਹਨਾਂ ਦੇ 1 ਬੇਟੀ ਹੋਈ। 3 ਬੇਟੇ 1 ਬੇਟੀ ਬਾਬਾ ਜੀ ਦੀ ਔਲਾਦ ਸੀਗੇ। ਇਹਨਾਂ ਦੇ 3 ਬੇਟਿਆਂ 'ਚੋਂ ਸਭ ਤੋਂ ਵੱਡੇ ਬੇਟੇ ਸੀਗੇ ਜਿਹੜੇ ਸ਼ੇਖ ਹਸਨ, ਦੂਜੇ ਬੇਟੇ ਸੀਗੇ ਸ਼ੇਖ ਈਸਾ, ਤੀਜੇ ਬੇਟੇ ਸੀਗੇ ਸ਼ੇਖ ਮੂਸਾ।
ਸ਼ੇਖ ਮੂਸਾ ਜਿਹੜੇ ਸੀਗੇ ਬਚਪਨ ਦੇ ਵਿੱਚ ਹੀ ਬਿਮਾਰ ਹੋਣ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਸੀਗੀ। ਤਾਂ ਹੁਣ ਉਹ ਬਾਬਾ ਜੀ ਦੇ ਜਿਉਂਦੇ ਹੀ ਹੋ ਗਿਆ ਸੀਗਾ ਉਹ। ਤਾਂ ਬਾਬਾ ਜੀ ਦੇ 2 ਬੇਟੇ ਰਹਿ ਗਏ, ਸ਼ੇਖ ਹਸਨ ਔਰ ਸ਼ੇਖ ਈਸਾ। ਸ਼ੇਖ ਹਸਨ ਜਿਹੜੇ ਸੀਗੇ ਉਹ ਵੱਡੇ ਬੇਟੇ ਸੀਗੇ, ਮਗਰ ਉਹਨਾਂ ਦਾ ਜਿਹੜਾ ਮਿਜਾਜ ਸੀਗਾ ਉਹ ਬਾਬਾ ਜੀ ਵਰਗਾ ਹੀ ਸੀਗਾ, ਰੱਬੀ ਖਿਆਲਾਤ ਦੇ ਸੀਗੇ। ਸ਼ੇਖ ਈਸਾ ਸੀਗੇ ਜਿਹੜੇ ਉਹ ਜੰਗਜੂ ਸੇ, ਬਹਾਦਰ ਥੇ, ਉਹਨਾਂ ਹਰ ਤਰ੍ਹਾਂ ਦੀ ਮਹਾਰਤ ਸੀ ਉਹਨਾਂ ਦੇ ਵਿੱਚ, ਤਲਵਾਰ ਦੇ ਧਨੀ, ਘੋੜ ਸਵਾਰ ਦੇ ਧਨੀ, ਹਰ ਚੀਜ਼ ਸੀ ਉਹਨਾਂ 'ਚ। ਯਾਨੀ ਕਿ ਕਹਿਣ ਦਾ ਇੱਕ ਹਕੂਮਤ ਕਰਨ ਦੀਆਂ ਜਿਹੜੀਆਂ ਕੁਆਲਿਟੀਆਂ ਹੁੰਦੀਆਂ ਨੇ ਉਹ ਸ਼ੇਖ ਈਸਾ ਦੇ ਵਿੱਚ ਸਾਰੀਆਂ ਸੀਗੀਆਂ। ਤਾਂ ਬਾਬਾ ਜੀ ਨੇ ਦੇਖਦੇ ਹੋਏ ਸ਼ੇਖ ਈਸਾ ਨੂੰ ਆਪਣੇ ਤੋਂ ਬਾਅਦ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਤਾ। ਇਹ ਕੀਤਾ 1508 'ਚ। 1508 'ਚ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਤਾ ਕਰਕੇ ਉਸ ਤੋਂ ਬਾਅਦ 1515 ਈਸਵੀ ਦੇ ਵਿੱਚ ਬਾਬਾ ਜੀ ਦਾ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ। 1515 ਯਾਨੀ ਕਿ 7 ਸਾਲ ਪਹਿਲਾਂ ਉਹ ਆਪਣੇ ਬੇਟੇ ਨੂੰ ਨਿਯੁਕਤ ਕਰ ਚੁੱਕੇ। ਤਾਂ 1515 'ਚ ਬਾਬਾ ਜੀ ਦੀ ਵਸੀਅਤ ਦੇ ਮੁਤਾਬਕ ਕਿ ਜਿੱਥੇ ਮੇਰਾ ਡੇਰਾ ਹੈ, ਕੁੱਲੀ ਹੈ, ਮੈਨੂੰ ਇਸੇ ਜਗ੍ਹਾ 'ਤੇ ਦਫਨ ਕੀਤਾ ਜਾਵੇ। ਤਾਂ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਨੂੰ ਉੱਥੇ ਹੀ ਦਫਨ ਕਰਤਾ। ਅੱਜ ਵੀ ਉਹਨਾਂ ਦੀ ਕਬਰ ਉਸੇ ਜਗ੍ਹਾ 'ਤੇ ਹੈ ਜਿੱਥੇ ਉਹ ਭਗਤੀ ਕਰਦੇ ਸੀ, ਰੱਬ ਕਰਦੇ ਸੀਗੇ, ਉੱਥੇ ਹੀ ਉਹਨਾਂ ਦੀ ਕਬਰ ਬਣਾਈ ਗਈ ਹੈ। ਅਤੇ ਉਹਨਾਂ ਨੇ ਨਮਾਜ਼ ਪੜ੍ਹਨ ਵਾਸਤੇ ਇੱਕ ਮਸਜਿਦ ਬਣਾਈ ਸੀਗੀ ਉਸ ਟਾਈਮ, ਛੋਟੀ ਜਿਹੀ ਮਸਜਿਦ ਸੀਗੀ, ਉੱਥੇ ਉਹ ਨਮਾਜ਼ ਅਦਾ ਕਰਦੇ ਹੁੰਦੇ ਸੀਗੇ। ਔਰ ਉਸ ਦੇ ਵਿੱਚ ਮਿਹਰਾਬ ਬਣੀ ਹੋਈ ਸੀ ਜਿੱਥੇ ਖੜ੍ਹ ਕੇ ਉਹ ਨਮਾਜ਼ ਪੜ੍ਹਦੇ ਸੀਗੇ। ਟਾਈਮ ਬੀਤਿਆ, ਉਹ ਮਸਜਿਦ ਜਿਹੜੀ ਸੀ ਉਹ ਸ਼ਹੀਦ ਹੋ ਗਈ, ਢਹਿ ਢੇਰੀ ਹੋ ਗਈ। ਤਾਂ ਉਹ ਜਿਹੜੀ ਮਿਹਰਾਬ ਸੀਗੀ ਉਹ ਬਚੀ ਰਹਿ ਗਈ, ਉਹ ਡਾਟ ਹੁੰਦੀ ਹੈ ਬਣੀ ਹੋਈ, ਉਹ ਮਿਹਰਾਬ ਬਚੀ ਰਹਿ ਗਈ। ਤਾਂ ਇਹਨਾਂ ਨੇ ਅੱਜ ਤੋਂ ਕੋਈ 15-20 ਸਾਲ ਪਹਿਲਾਂ ਉਸੇ ਥਾਂ 'ਤੇ ਉਹ ਮਸਜਿਦ ਨਵੀਂ ਬਣਾਤੀ। ਪਰ ਉਹ ਪਤਾ ਨਹੀਂ ਕਿਹਨਾਂ ਨੇ ਸੁਝਾਅ ਦਿੱਤਾ, ਮੇਰੇ ਵਰਗੇ ਕਿਸੇ ਨੇ ਦੇਤਾ ਹੋਊਗਾ, ਉਹ ਮਿਹਰਾਬ ਉਹੀ ਰੱਖ ਲਈ ਇਹਨਾਂ ਨੇ, ਉਹ ਢਹਿਣ ਨਹੀਂ ਦਿੱਤੀ ਇਹਨਾਂ ਨੇ, ਉਹੀ ਮਿਹਰਾਬ ਰੱਖ ਲਈ। ਉਹਦੇ ਅੰਦਰ ਟਾਈਲਾਂ ਟੂਲਾਂ ਲਾ ਕੇ ਉਹਦੀ ਡੈਕੋਰੇਸ਼ਨ ਕਰਤੀ। ਅਤੇ ਹੁਣ ਜਦੋਂ ਮਸਜਿਦ ਦੇ ਅੰਦਰੋਂ ਮਿਹਰਾਬ ਦੇਖੋਗੇ ਤਾਂ ਤੁਹਾਨੂੰ ਡੈਕੋਰੇਟਡ ਮਿਲੇਗੀ। ਅਗਰ ਬਾਹਰ ਦੀ ਜਾ ਕੇ ਦੇਖੋਗੇ ਤਾਂ ਛੋਟੀ ਇੱਟ ਦੀ ਪੁਰਾਣੀ 600 ਸਾਲ ਪਹਿਲਾਂ ਲੋਧੀ ਵੰਸ਼ ਦੀ ਬਣੀ ਹੋਈ ਉਹੀ ਮਿਲੇਗੀ ਤੁਹਾਨੂੰ ਬਾਹਰੋਂ। ਇਹ ਵੀ ਖੋਜ ਮੈਨੇ ਹੀ ਕਰੀ ਹੈ, ਮੈਨੇ ਹੀ ਦੱਸਿਆ, ਮੰਜ਼ਰ ਆਮ 'ਤੇ ਮੈਂ ਲੈ ਕੇ ਆਇਆ ਇਸ ਗੱਲ ਨੂੰ। ਸ਼ੇਖ ਸਾਹਿਬ, ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਇੱਥੇ ਬਾਬਾ ਜੀ ਹੋਇਆ ਕਰਦੇ ਸੀ ਉਦੋਂ ਨਗਾਰਾ ਵੀ ਵੱਜਿਆ ਕਰਦਾ ਸੀਗਾ, ਤਾਂ ਉਹਦਾ ਥੋੜ੍ਹਾ ਜਿਹਾ ਸਾਨੂੰ ਚਾਨਣਾ ਜ਼ਰੂਰ ਪਾਓ। ਇਹ ਬਹੁਤ ਵਧੀਆ ਸਵਾਲ ਕਰਿਆ ਤੁਸੀਂ, ਨਗਾਰੇ ਦਾ ਜਿਹੜਾ ਪੁੱਛਿਆ। ਜਦੋਂ ਬਾਬਾ ਜੀ ਅਫਗਾਨਿਸਤਾਨ ਤੋਂ ਆਏ ਨੇ, ਮੈਂ ਪਹਿਲਾਂ ਦੱਸ ਚੁੱਕਿਆ ਕਿ 30-35 ਬੰਦਿਆਂ ਦਾ ਇੱਕ ਵਫਦ ਲੈ ਕੇ ਆਏ ਸੀਗੇ। ਉਹ ਵਫਦ ਦੇ ਵਿੱਚ ਉਹਨਾਂ ਦਾ ਇੱਕ ਪਰਸਨਲ ਨਾਈ ਸੀਗਾ ਜਿਹੜਾ ਉਹਨਾਂ ਦਾ ਖਤ ਕਰਦਾ ਸੀ, ਉਹਨਾਂ ਦੀ ਹਜਾਮਤ ਕਰਦਾ ਹੁੰਦਾ ਸੀਗਾ। ਅਤੇ ਇੱਕ ਉਹਨਾਂ ਦਾ ਮਰਾਸੀ ਜਿਸ ਨੂੰ ਕਿਹਾ ਜਾਂਦਾ, ਉਹ ਨਗਾਰਸ਼ੀ ਉਹਨੂੰ ਕਿਹਾ ਜਾਂਦਾ, ਨਗਾਰਾ ਵਜਾਉਣ ਵਾਲਾ ਇੱਕ ਉਹ ਵੀ ਸੀਗਾ। ਉਹ ਜਦੋਂ ਬਾਬਾ ਜੀ ਦਾ ਕਾਫਲਾ ਚੱਲਦਾ ਸੀ ਤਾਂ ਉਹ ਅੱਗੇ ਅੱਗੇ ਨਗਾਰਾ ਵਜਾਉਂਦਾ ਆਉਂਦਾ ਸੀਗਾ। ਉਹ ਲੋਕਾਂ ਨੂੰ ਦੱਸਦਾ ਆਉਂਦਾ ਸੀਗਾ ਕਿ ਪਿੱਛੇ ਕੋਈ ਕਾਫਲਾ ਆ ਰਿਹਾ ਹੈ, ਉਹਦੇ 'ਚ ਇੱਕ ਮਹਾਨ ਹਸਤੀ ਆ ਰਹੀ ਹੈ। ਤਾਂ ਉਹ ਬਾਬਾ ਜੀ ਦੇ ਨਾਲ ਹੀ ਇੱਥੇ ਆਇਆ ਸੀਗਾ ਅਫਗਾਨਿਸਤਾਨ ਤੋਂ। ਬਾਬਾ ਜੀ ਨੇ ਉਹਨੂੰ ਬਾਕਾਇਦਾ ਇੱਥੇ ਸਥਾਨ ਦਿੱਤਾ, ਸਥਾਨ ਦੇ ਕੇ ਉੱਥੇ ਉਹਨੂੰ ਇੱਕ ਜਗ੍ਹਾ ਉਹਦੀ ਮੁਕਰਰ ਕੀਤੀ ਕਿ ਇੱਥੇ ਬੈਠ ਕੇ ਤੈਨੇ ਨਗਾਰਾ ਵਜਾਉਣਾ। ਉਸ ਟਾਈਮ ਨਗਾਰਾ ਕਿਉਂ ਵਜਾਇਆ ਜਾਂਦਾ ਸੀਗਾ ਇਹਦੇ ਬਾਰੇ ਵੀ ਥੋੜ੍ਹਾ ਦੱਸਦੇ ਹਾਂ। ਨਗਾਰਾ ਵਜਾਉਣ ਦਾ ਕਾਰਨ ਸੀਗਾ ਉਸ ਟਾਈਮ, ਅੱਜ ਦੇ ਜ਼ਮਾਨੇ 'ਚ ਲਾਊਡ ਸਪੀਕਰ ਚੱਲ ਗਏ। ਲਾਊਡ ਸਪੀਕਰ 'ਚ ਆਪਾਂ ਜਿੱਡੀ ਦੂਰ ਮਰਜ਼ੀ ਆਵਾਜ਼ ਪਹੁੰਚਾ ਸਕਦੇ ਹਾਂ। ਉਸ ਟਾਈਮ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀਗਾ। ਉਸ ਟਾਈਮ ਆਲੇ ਦੁਆਲੇ ਦੀ ਆਬਾਦੀ ਨੂੰ ਸੂਚਿਤ ਕਰਨ ਵਾਸਤੇ ਕੋਈ ਅਗਰ ਉਹਨਾਂ ਨੂੰ ਸੂਚਨਾ ਦੇਣੀ ਹੈ ਤਾਂ ਨਗਾਰਾ ਵਜਾਇਆ ਜਾਂਦਾ ਸੀਗਾ। ਨਗਾਰਾ ਵਜਾ ਕੇ ਉਹਨਾਂ ਦੇ ਕੰਨਾਂ 'ਚ ਆਵਾਜ਼ ਪੈਂਦੀ ਸੀ, ਉਹ ਸੁਣਦੇ ਸੀ ਵੀ ਕੀ ਗੱਲ ਹੈ ਇਹ। ਤਾਂ ਇਸਲਾਮ ਧਰਮ ਦੇ ਵਿੱਚ 5 ਟਾਈਮ ਨਮਾਜ਼ ਪੜ੍ਹੀ ਜਾਂਦੀ ਹੈ। ਨਮਾਜ਼ ਤੋਂ ਪਹਿਲਾਂ ਅਜ਼ਾਨ ਕਹੀ ਜਾਂਦੀ ਹੈ, ਜਿਹਨੂੰ ਆਮ ਤੌਰ 'ਤੇ ਲੋਕ ਬਾਂਗ ਕਹਿੰਦੇ ਨੇ, ਮਸੀਤ 'ਚ ਬਾਂਗ ਆਉਂਦੀ। ਉਹ ਅਜ਼ਾਨ ਦੇ ਟਾਈਮ ਨਗਾਰਾ ਵਜਾਇਆ ਜਾਂਦਾ ਸੀਗਾ। ਉਹ ਲੋਕਾਂ ਨੂੰ ਸੂਚਨਾ ਦਿੱਤੀ ਜਾਂਦੀ ਸੀ। ਉਸ ਟਾਈਮ ਨਾ ਘੜੀਆਂ ਨਾ ਟਾਈਮ ਪੀਸ, ਕਿਸੇ ਨੂੰ ਟਾਈਮ ਦਾ ਸਮੇਂ ਦਾ ਪਤਾ ਨਹੀਂ ਲੱਗਦਾ ਸੀਗਾ। ਤਾਂ ਲੋਕਾਂ ਨੂੰ ਸੂਚਨਾ ਦਿੱਤੀ ਜਾਂਦੀ ਸੀ ਕਿ ਨਮਾਜ਼ ਦਾ ਟਾਈਮ ਹੋ ਗਿਆ, ਤਿਆਰ ਹੋ ਕੇ ਆ ਜਾਓ। ਅਗਲੇ ਟਾਈਮ ਫਿਰ ਨਗਾਰਾ ਵਜਾਇਆ ਜਾਂਦਾ ਸੀਗਾ। ਤਾਂ ਇਸ ਤਰ੍ਹਾਂ ਹੀ ਉਹ 5 ਟਾਈਮ ਨਗਾਰਾ ਵਜਾਇਆ ਜਾਂਦਾ ਸੀ ਲੋਕਾਂ ਨੂੰ ਸੂਚਨਾ ਦੇਣ ਵਾਸਤੇ। ਦੂਜੀ ਗੱਲ, ਤੇ ਮੁਸਲਮਾਨਾਂ ਦੇ ਮਤਲਬ ਇੱਕ ਪਵਿੱਤਰ ਮਹੀਨਾ ਆਉਂਦਾ ਰੋਜ਼ਿਆਂ ਦਾ, ਜਿਹਨੂੰ ਰਮਜ਼ਾਨ ਦਾ ਮਹੀਨਾ ਕਹਿੰਦੇ ਨੇ।
ਰਮਜ਼ਾਨ ਦੇ ਮਹੀਨੇ 'ਚ 30 ਰੋਜ਼ੇ ਰੱਖੇ ਜਾਂਦੇ ਨੇ। ਉਹ ਰੋਜ਼ਾ ਜਿਸ ਟਾਈਮ ਰੱਖਿਆ ਜਾਂਦਾ ਹੈ ਸਵੇਰੇ, ਉਸ ਟਾਈਮ ਅਜ਼ਾਨ ਪੜ੍ਹੀ ਜਾਂਦੀ ਹੈ। ਜਿਸ ਟਾਈਮ ਖੋਲ੍ਹਿਆ ਜਾਂਦਾ ਹੈ ਰੋਜ਼ਾ, ਉਸ ਟਾਈਮ ਲੋਕਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ। ਉਹ ਇਸ ਕਰਕੇ ਨਗਾਰਾ ਵਜਾਇਆ ਜਾਂਦਾ ਸੀਗਾ, ਤਾਂ ਉਹ ਲੋਕਾਂ ਨੂੰ ਸੂਚਨਾ ਦਿੱਤੀ ਜਾਂਦੀ ਸੀਗੀ। ਅਤੇ ਉਹ ਵੰਸ਼ ਦਾ ਉਹ ਜਿਹੜਾ ਨਗਾਰਚੀ ਸੀਗਾ, ਜਿਵੇਂ ਅੱਜ ਬਾਬਾ ਜੀ ਦਾ ਵੰਸ਼ ਪੀੜ੍ਹੀ ਦਰ ਪੀੜ੍ਹੀ ਉਹੀ ਚੱਲਿਆ ਆ ਰਿਹਾ, ਉਹ ਨਗਾਰਚੀ ਦਾ ਵੰਸ਼ ਵੀ ਉਹੀ ਚੱਲਿਆ ਆ ਰਿਹਾ ਜਿਹੜਾ ਅਫਗਾਨਿਸਤਾਨ ਤੋਂ ਬਾਬਾ ਜੀ ਦੇ ਨਾਲ ਆਇਆ ਸੀਗਾ। ਅੱਜ ਉਹਦਾ ਹੀ ਵੰਸ਼ ਉਹੀ ਨਗਾਰਾ ਵਜਾਉਂਦੇ ਨੇ, ਉਹ ਡਿਊਟੀ ਉਹਨਾਂ ਦੀ ਹੋਈ ਹੈ ਇੱਥੇ। ਸੋ ਇਹ ਇਤਿਹਾਸ ਇਸ ਦਰਗਾਹ ਦਾ ਸੀ, ਅੱਜ ਦੁਨੀਆ ਆ ਕੇ ਪੂਜਦੀ ਹੈ ਬਾਬਾ ਜੀ ਨੂੰ, ਹੈ ਨਾ। ਅਤੇ ਫਿਰ ਜੇਕਰ ਅਸੀਂ ਗੱਲ ਕਰੀਏ, ਇੱਕ ਇੱਥੋਂ ਦਾ ਇਤਿਹਾਸ ਹੋਰ ਬੜਾ ਪ੍ਰਚਲਿਤ ਹੈ। ਲੋਕ ਇਹ ਕਹਿੰਦੇ ਕਿ ਜਿਹੜੀ ਇੱਥੇ ਆਲੇ ਦੁਆਲੇ ਜਿਹੜੀ ਦੀਵਾਰ ਬਣੀ ਆ, ਅਸੀਂ ਦੀਵਾਰ ਦੇਖ ਵੀ ਰਹੇ ਹੈਗੇ ਹਾਂ, ਇਹਨੂੰ ਨਾ ਕੋਈ ਸੀਮੈਂਟ ਹੈ ਨਾ ਚੂਨਾ, ਕੋਈ ਚੀਜ਼ ਲੱਗੀ ਨਹੀਂ ਹੈਗੀ। ਬਟ ਇਹ ਕਿਹਾ ਜਾਂਦਾ ਕਿ ਉਸ ਵੇਲੇ ਇਹ ਰਾਤੋਂ ਰਾਤ ਦੀਵਾਰ ਤਿਆਰ ਹੋਈ ਸੀਗੀ। ਹਾਂ, ਇਹ ਗੱਲ ਬਹੁਤ ਮਸ਼ਹੂਰ ਹੈ ਜੀ, ਔਰ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ। ਇਹਦੀ ਮਾਨਤਾ ਵੀ ਬਹੁਤ ਵੱਧ ਹੈ, ਔਰ ਉਹ ਦੇਖ ਕੇ ਜਾਪਦਾ ਵੀ ਹੈ। ਕੋਈ ਪੱਥਰ 2.5 ਫੁੱਟ ਦਾ, ਕੋਈ ਪੱਥਰ 2 ਫੁੱਟ ਦਾ, ਕੋਈ 1 ਫੁੱਟ ਦਾ। ਉਹ ਮਤਲਬ ਪੱਥਰ ਨੂੰ ਪੱਥਰ 'ਤੇ ਪੱਥਰ ਰੱਖ ਕੇ ਬਣਾਈ ਗਈ ਹੈ। ਉਹਦੇ 'ਚ ਕੋਈ ਇੱਟ ਨਹੀਂ, ਮਤਲਬ ਚੂਨਾ ਨਹੀਂ ਇਸਤੇਮਾਲ ਹੋਇਆ, ਸੀਮੈਂਟ ਨਹੀਂ ਇਸਤੇਮਾਲ ਹੋਇਆ, ਉਹਦੇ 'ਚ ਕੋਈ ਮਿੱਟੀ ਨਹੀਂ ਵਰਤੀ ਗਈ। ਅਤੇ ਉਹ 600 ਸਾਲਾਂ ਦੀ ਦੀਵਾਰ ਕਿੱਦਾਂ ਖੜ੍ਹੀ ਹੈ, ਅਤੇ ਉਹਦੇ ਬਾਰੇ ਲੋਕ ਬਹੁਤ ਹੈਰਾਨ ਪਰੇਸ਼ਾਨ ਹੁੰਦੇ ਨੇ। ਉਹ ਤਾਂ ਜੇ ਅਸੀਂ ਗੱਲ ਕਰੀਏ, ਇਹਦੇ ਆਲੇ ਦੁਆਲੇ ਬੜੇ ਡਿਜ਼ਾਈਨ ਵੀ ਤਿਆਰ ਨੇ, ਹੈ ਨਾ। ਅਤੇ ਤੁਸੀਂ ਆਪ ਹੀ ਦੱਸਿਆ ਕਿ ਅਰਬੀ ਭਾਸ਼ਾ ਦੇ ਵਿੱਚ ਅੱਲਾ ਵੀ ਲਿਖਿਆ ਹੋਇਆ, ਹੈ ਨਾ, ਕਿ ਕੰਧ ਦੇ ਉੱਪਰ। ਅਤੇ ਅਸੀਂ ਹਰ ਦੀਵਾਰ 'ਤੇ ਨਜ਼ਰ ਮਾਰਦੇ ਹਾਂ ਲਾਗੇ ਲਾਗੇ, ਤਾਂ ਉਹ ਲਾਗੇ ਵੱਖਰਾ ਡਿਜ਼ਾਈਨ ਨਹੀਂ ਮਿਲਦਾ ਹੈਗਾ। ਤਾਂ ਇਹ ਕਿਹਨੂੰ ਕਿ ਇਹ ਤੁਸੀਂ ਇੰਨਾ ਇਤਿਹਾਸ ਖੋਜ ਕੀਤਾ, ਤਾਂ ਇਹਦੀ ਖੋਜ ਕੀਤੀ ਕਿ ਆਖਿਰਕਾਰ ਇਹ ਰਾਤੋਂ ਰਾਤ ਤਿਆਰ ਹੋਈ ਤਾਂ ਕਿਸ ਦੇ ਵੱਲੋਂ ਤਿਆਰ ਕੀਤੀ ਗਈ ਸੀ? ਕਿਉਂਕਿ ਆਮ ਤੌਰ 'ਤੇ ਜਦੋਂ ਅਸੀਂ ਬਾਹਰ ਲੋਕਾਂ ਨਾਲ ਗੱਲ ਕਰਦੇ, ਕਹਿੰਦੇ ਕਿ ਇਹ ਉਸ ਟਾਈਮ 'ਤੇ ਜਿੰਨ ਹੋਇਆ ਕਰਦੇ ਸੀ, ਉਹਨਾਂ ਦੇ ਵੱਲੋਂ ਦੀਵਾਰ ਤਿਆਰ ਕੀਤੀ ਗਈ ਸੀ। ਨਹੀਂ, ਦੇਖੋ, ਜੇ ਇਤਿਹਾਸ ਦੀ ਜਾਂ ਤੁਸੀਂ ਕਿਤਾਬਾਂ ਦੀ ਗੱਲ ਕਰਦੇ ਹੋ, ਮੈਨੂੰ ਅੱਜ ਤੱਕ ਕਿਸੇ ਕਿਤਾਬ ਦੇ ਵਿੱਚੋਂ ਤਾਂ ਇਹ ਵਾਕਿਆ ਨਹੀਂ ਮਿਲਿਆ। ਹਾਂ, ਅਗਰ ਇਹਨਾਂ ਦੇ ਵੰਸ਼ ਦਾ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਉਹ ਦੱਸਦੇ ਨੇ ਇਸ ਬਾਰੇ, ਕਿਉਂਕਿ 600 ਸਾਲ ਪੁਰਾਣੀ ਗੱਲ ਹੈ, ਔਰ ਇਤਿਹਾਸ 'ਚ ਹੋਣੀ ਵੀ ਚਾਹੀਦੀ ਸੀਗੀ, ਮਗਰ ਮੈਨੂੰ ਅੱਜ ਤੱਕ ਕਿਸੇ ਕਿਤਾਬ 'ਚੋਂ ਨਹੀਂ ਮਿਲੀ ਇਹ। ਅਤੇ ਹੁਣ ਨਵੀਆਂ 1-2 ਕਿਤਾਬਾਂ ਛਪੀਆਂ ਨੇ, ਉਹਨਾਂ ਦੇ ਵਿੱਚ ਜ਼ਰੂਰ ਮਿਲਦੀ ਹੈ ਇਹ ਗੱਲ। ਅਤੇ ਉਹ ਕਿਵੇਂ ਆਈ ਹੈ, ਇਹਦੇ ਬਾਰੇ ਜੋ ਮੈਨੂੰ ਪਤਾ ਲੱਗਿਆ ਹੈ, ਇਹਨਾਂ ਦੇ ਵੰਸ਼ ਨਾਲ, ਇਹਨਾਂ ਦੀ ਅੱਗੇ ਔਲਾਦ ਨਾਲ ਗੱਲ ਕਰਕੇ ਜਿਹੜਾ ਮੈਨੂੰ ਪਤਾ ਲੱਗਿਆ, ਉਹ ਇਹ ਲੱਗਿਆ ਕਿ ਬਾਬਾ ਜੀ ਇੰਨੇ ਕਰਨੀ ਵਾਲੇ ਸੀਗੇ ਕਿ ਜਦੋਂ ਬਾਬਾ ਜੀ ਦਾ ਇੱਥੇ ਡੇਰਾ ਸੀਗਾ, ਉਹਨਾਂ ਦਾ ਇੰਤਕਾਲ ਹੋ ਗਿਆ, ਉਹਨਾਂ ਨੂੰ ਇੱਥੇ ਦਫਨ ਕਰਤਾ, ਤਾਂ ਇਹਨਾਂ ਦੇ ਆਲੇ ਦੁਆਲੇ ਕੁਛ ਨਹੀਂ ਸੀਗਾ, ਖੁੱਲ੍ਹੇ ਇੱਕ ਕਬਰ ਸੀ ਇਹਨਾਂ ਦੀ। ਤਾਂ ਉਹ ਕਹਿੰਦੇ ਮਤਲਬ ਉੱਪਰੋਂ ਰੱਬੀ ਹੁਕਮ ਹੋਇਆ ਜਾਂ ਕੀ ਹੋਇਆ, ਪਤਾ ਨਹੀਂ ਕੀ ਗੱਲ ਹੋਈ। ਉਸ ਟਾਈਮ ਮਤਲਬ ਜਦੋਂ ਰਾਤ ਨੂੰ ਲੋਕ ਗਏ ਨੇ ਤਾਂ ਕੁਛ ਨਹੀਂ ਸੀਗਾ, ਤਾਂ ਜਦੋਂ ਸਵੇਰੇ ਆ ਕੇ ਦੇਖਦੇ ਨੇ ਤਾਂ ਇਹ ਚਾਰੋਂ ਪਾਸੇ 4 ਦੀਵਾਰੀ ਬਣੀ ਹੋਈ ਹੈ, 4 ਕੋਨਿਆਂ 'ਤੇ 4 ਬੁਰਜ ਬਣੇ ਹੋਏ ਨੇ। ਬਾਗ ਦਾ ਇੱਕ ਗੇਟ ਅੰਦਰ ਵੜਨ ਅਤੇ ਨਿਕਲਣ ਨੂੰ ਬਣਾਇਆ ਹੋਇਆ, ਹਰ ਚੀਜ਼ ਬਣੀ ਹੋਈ ਹੈ, ਔਰ ਉਹ ਦੀਵਾਰ ਵੀ ਬਹੁਤ ਵਧੀਆ ਡਿਜ਼ਾਈਨਦਾਰ ਬਣੀ ਹੋਈ ਹੈ। ਔਰ ਉਹ ਕਹਿੰਦੇ ਨੇ ਜੀ ਰਾਤੋਂ ਰਾਤ ਜਿੰਨ ਬਣਾ ਕੇ ਚਲੇ ਗਏ, ਵੀ ਜਿੰਨਾਂ ਨੇ ਬਣਾਤੀ। ਤਾਂ ਉਸ ਤੋਂ ਬਾਅਦ ਫਿਰ ਨਾਲ ਹੀ ਦਿਨ ਚੜ੍ਹਿਆ, ਜਦੋਂ ਦਿਨ ਚੜ੍ਹੇ ਲੋਕ ਹੋਰ ਆ ਕੇ ਦੱਸ ਰਹੇ ਨੇ ਕਿ ਨੇੜੇ ਇੱਕ ਜਿਹੜਾ ਭੁਮਸੀ ਦਾ ਮੈਂ ਜ਼ਿਕਰ ਕੀਤਾ, ਭੁਮਸੀ ਦੇ ਵਿੱਚ ਇੱਕ ਖੂਹ ਸੀਗਾ, ਅਤੇ ਉਹਦੇ ਖੂਹ ਦੀ ਪਹਿਲਾਂ ਕੋਈ ਮੌਣ ਨਹੀਂ ਸੀਗੀ। ਉੱਪਰ ਜਿਹੜੀ ਹੁੰਦੀ ਹੈ ਖੂਹ ਦੀ ਮੌਣ, ਟਿੰਡਾ ਨਹੀਂ, ਉਹ ਜਿਹੜੀ ਆਲੇ ਦੁਆਲੇ ਖੜਨ ਵਾਸਤੇ ਜਗ੍ਹਾ ਪੱਕੀ ਬਣੀ ਹੋਈ ਹੁੰਦੀ ਹੈ, ਉਹਨੂੰ ਖੂਹ ਦੀ ਮੌਣ ਕਹਿੰਦੇ ਨੇ। ਉਹ ਪਹਿਲਾਂ ਕੱਚੀ ਸੀਗੀ, ਕਹਿੰਦੇ ਰਾਤੋਂ ਰਾਤ ਉਹਦੇ ਆਲੇ ਦੁਆਲੇ ਪੱਥਰ ਲੱਗ ਗਿਆ ਜੀ। ਉਹ ਕੌਣ ਲੱਗ ਗਿਆ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈ ਵੀ ਉਹ ਪੱਥਰ। ਤਾਂ ਜਦੋਂ ਲੋਕਾਂ ਨੇ ਦੇਖਿਆ ਜਾ ਕੇ, ਜਿਹੜੇ ਪੱਥਰਾਂ ਨਾਲੋਂ ਦੀਵਾਰ ਬਣੀ ਹੋਈ ਸੀਗੀ, ਉਹੀ ਪੱਥਰ ਉਹ ਖੂਹ ਦੀ ਮੌਣ ਨੂੰ ਲੱਗੇ ਹੋਏ ਸੀਗੇ। ਉਹ ਬਾਅਦ 'ਚ ਜਦੋਂ ਗੱਲ ਖੁੱਲ੍ਹੀ ਇਹਨਾਂ ਦੇ ਦੱਸਣ ਮੁਤਾਬਕ, ਉਹ ਇਹ ਖੁੱਲ੍ਹੀ ਕਿ ਉਦੋਂ ਬੁੜੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਸਵੇਰੇ 3 ਵਜੇ ਉੱਠ ਕੇ, ਉਦੋਂ ਚੱਕੀਆਂ ਤਾਂ ਹੈ ਨਹੀਂ ਸੀਗੀਆਂ ਕਿ ਬਾਜ਼ਾਰ 'ਚੋਂ ਜਾਓ ਚੱਕੀ 'ਤੇ ਆਟਾ ਪਿਸਾ ਕੇ ਲਿਆਓ, ਉਦੋਂ ਆਪ ਆਟਾ ਪੀਸਦੀਆਂ ਹੁੰਦੀਆਂ ਸੀਗੀਆਂ। ਸਵੇਰੇ ਜਲਦੀ ਉੱਠ ਖੜ੍ਹਦੀਆਂ ਸੀਗੀਆਂ, 3 ਵਜੇ ਉੱਠ ਕੇ ਆਟਾ ਪੀਸਣ ਲੱਗ ਜਾਂਦੀਆਂ ਸੀਗੀਆਂ, ਕਣਕ ਪੀਸਦੀਆਂ ਸੀਗੀਆਂ, ਫਿਰ ਉਹਨੂੰ ਗੁੰਨ ਕੇ ਤਾਂ ਰੋਟੀ ਬਣਦੀ ਸੀਗੀ। ਮਤਲਬ ਬੁੜੀਆਂ
ਉਹ ਕਿਸੇ ਬੁੜੀ ਦੀ ਜਲਦੀ ਅੱਖ ਖੁੱਲ੍ਹ ਗਈ। ਉਹਨੇ ਸੋਚਿਆ ਕਿ ਪਤਾ ਨਹੀਂ ਸਵੇਰ ਹੋ ਗਈ, ਮੈਂ ਲੇਟ ਨਾ ਹੋ ਗਈ ਹੋਵਾਂ। ਉਹਨੇ ਚੱਕੀ ਕਣਕ ਚੱਕ ਕੇ ਉਹ ਚੱਕੀ 'ਚ ਪਾ ਕੇ ਪੀਸਣ ਲੱਗ ਗਈ। ਤਾਂ ਉਹ ਜਿਨ੍ਹਾਂ ਦੇ ਕੰਨਾਂ 'ਚ ਕਹਿੰਦੇ ਜਦੋਂ ਆਵਾਜ਼ ਪਈ, ਉਹ ਕਹਿੰਦੇ ਲੈ ਬਈ ਦਿਨ ਚੜ੍ਹ ਗਿਆ, ਕਹਿੰਦੇ ਲੋਕ ਤਾਂ ਬੁੜੀਆਂ ਦਾ ਚੱਕੀਆਂ ਪੀਸਣ ਲੱਗ ਗਈਆਂ। ਉਹ ਕਹਿੰਦੇ ਜੀ ਛੱਡ ਕੇ ਉੱਥੋਂ ਚਲੇ ਗਏ। ਅਤੇ ਉਹ ਜਿਹੜਾ ਪੱਥਰ ਬਚਿਆ ਉਹ ਜਾਂਦੇ ਹੋਏ ਨਾਲ ਹੀ ਲੈ ਗਏ। ਦੀਵਾਰ ਬਣਾ ਕੇ ਖਬਰ ਹੈ ਹੋਰ ਹਜੇ ਕਿੰਨੀ ਕੁ ਬਣਦੀ, ਇਹਦੇ ਬਾਰੇ ਕੁਝ ਨਹੀਂ ਪਤਾ। ਵੀ ਉਹ ਇੱਥੋਂ ਮੈਦਾਨ ਸਾਫ਼ ਕਰਨ ਵਾਸਤੇ ਉਹ ਪੱਥਰ ਵੀ ਨਾਲ ਹੀ ਚੱਕ ਕੇ ਲੈ ਗਏ। ਜਾਂਦੇ ਜਾਂਦੇ ਉਹਨਾਂ ਨੂੰ ਰਸਤੇ 'ਚ ਉਹ ਖੂਹ ਦਿਖਿਆ, ਵੀ ਉਹਨਾਂ ਨੇ ਕਿਹਾ ਵੀ ਇਹ ਵੀ ਕੱਚਾ ਹੈ। ਉਹ ਪੱਥਰ ਜਿਹੜਾ ਖੂਹ ਦੀ ਮੌਣ ਨੂੰ ਲਾ ਗਏ। ਤਾਂ ਹੁਣ ਇਹ ਪ੍ਰਚਲਿਤ ਗੱਲ ਇੱਥੇ ਇਹ ਹੈ ਕਿ ਇਹ ਜਿਹੜੀ ਦੀਵਾਰ ਹੈ ਇੱਕ ਰਾਤ ਦੇ ਵਿੱਚ ਬਣੀ ਹੈ, ਔਰ ਰਾਤੋਂ ਰਾਤ ਬਣੀ ਹੈ ਇਹ। ਔਰ ਸਵੇਰੇ ਉੱਠਦਿਆਂ ਹੁਣ ਲੋਕਾਂ ਨੂੰ ਦੀਵਾਰ ਬਣੀ ਹੋਈ ਦਿਖੀ ਹੈ। ਔਰ ਇਹ ਜਿਨ੍ਹਾਂ ਨੇ ਬਣਾਈ ਹੈ ਇਹ ਪ੍ਰਚਲਿਤ ਹੈ, ਬਾਕੀ ਮਤਲਬ ਆਮ ਇਹੀ ਮਸ਼ਹੂਰ ਹੈ। ਹੋਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। 600 ਸਾਲ ਪੁਰਾਣੀ ਹੈ, ਲਾਗੇ ਇੱਕ ਵੀ ਕੋਈ ਸੁਰਾਖ ਨਹੀਂ ਹੈਗਾ, ਔਰ ਉਵੇਂ ਦੀ ਉਵੇਂ ਖੜੀ ਹੈ। ਤਾਂ ਮਤਲਬ ਬਹੁਤ ਸਾਰੇ ਕਈ ਆਉਂਦੇ ਆ, ਖੋਜ ਵੀ ਕਰਦੇ ਆ। ਤਾਂ ਤੁਸੀਂ ਵੀ ਇੱਕ ਖੋਜ ਪੜਤਾਲ ਕੀਤੀ ਕਿ ਇਹਦੇ 'ਚ ਮਿੱਟੀ ਚੂਨਾ ਕੁਝ ਵੀ ਨਹੀਂ, ਐਵੇਂ ਖੜੀ ਹੋਈ ਆ, ਕਦੇ ਇਹਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਿਆ? ਦੇਖੋ ਜੀ, ਜਦੋਂ ਦਾ ਮੈਂ ਦੇਖਦਾ ਆ ਰਿਹਾ, ਮੈਨੂੰ ਘੱਟੋ ਘੱਟ ਮਲੇਰਕੋਟਲੇ ਦੀ ਹਿਸਟਰੀ ਇਕੱਠੀ ਕਰਦਿਆਂ ਨੂੰ 30 ਸਾਲ ਹੋ ਗਏ। ਇਹ 30 ਸਾਲਾਂ ਦੇ ਵਿੱਚ ਮੈਂ ਇਸ ਦੀਵਾਰ ਨੂੰ ਮਤਲਬ 30 ਵਾਰ ਨਹੀਂ 100 ਵਾਰ ਤੋਂ ਵੀ ਵੱਧ ਦੇਖ ਚੁੱਕਿਆ। ਮੈਨੂੰ ਅੱਜ ਤੱਕ ਇਸ ਦੀਵਾਰ 'ਚ ਕਿਤੇ ਕੋਈ ਮਿੱਟੀ ਨਹੀਂ ਦਿਖੀ, ਚੂਨਾ ਨਹੀਂ ਦਿਖਿਆ, ਸੀਮਿੰਟ ਨਹੀਂ ਦਿਖਿਆ, ਕਿਤੋਂ ਮੈਨੂੰ ਇਹਦਾ ਕੋਈ ਨੁਕਸਾਨ ਢਹਿ ਢੇਰੀ ਹੋਈ ਨਹੀਂ ਦਿਖੀ, ਕਿੱਥੋਂ ਕੋਈ ਪੱਥਰ ਹਿੱਲਿਆ ਨਹੀਂ ਦਿਖਿਆ, ਕੁਛ ਨਹੀਂ ਮੈਨੂੰ ਨਜ਼ਰ ਆਇਆ। ਤਾਂ ਮੈਨੂੰ 30 ਸਾਲਾਂ 'ਚ ਕੁਛ ਨਜ਼ਰ ਨਹੀਂ ਆਇਆ। 600 ਸਾਲ ਦੀ ਤਾਂ ਬਹੁਤ ਪੁਰਾਣੀ ਗੱਲ ਹੈ ਇਹ। ਔਰ ਇੱਕ ਚੀਜ਼ ਹੋਰ ਦੱਸਦਾ ਕਿ 600 ਸਾਲ ਪਹਿਲਾਂ ਜਿੱਦਾਂ ਸੀ ਅੱਜ ਵੀ ਉੱਦਾਂ ਹੀ ਨਜ਼ਰ ਆ ਰਹੀ ਹੈ। ਹਾਂ, ਕੁਛ ਪੁਰਾਣਾਪਣ ਜ਼ਰੂਰ ਹੋ ਗਿਆ ਕਿ ਪੱਥਰ ਦੀ ਚਮਕ, ਪੱਥਰ ਵੀ ਪਤਾ ਨਹੀਂ ਹੋਰ ਹੀ ਕਿਸਮ ਦਾ, ਪਤਾ ਨਹੀਂ ਕਿਸ ਤਰ੍ਹਾਂ ਦਾ ਪੱਥਰ ਹੈ। ਤੁਹਾਨੂੰ ਮੈਂ ਨੇੜੇ ਜਾ ਕੇ ਦਿਖਾਉਣਾ ਹੈ, ਇਸ ਬਾਰੇ ਥੋੜ੍ਹਾ ਚਾਨਣਾ ਪਾਉਣੇ ਆ ਅਤੇ ਦੇਖਦੇ ਹਾਂ ਆਪਾਂ। ਬਿਲਕੁਲ ਜੀ, ਇੱਥੇ ਸ਼ੁਰੂ ਕਰੀਏ। ਹਾਂਜੀ, ਆਪਾਂ ਇਹਨੂੰ ਦੱਸਣਾ, ਆਪਾਂ ਇਹਨੂੰ ਇਹ ਮਹਿਸੂਸ ਕਰਨਾ ਕਿ ਵੀ ਅਸੀਂ ਦੇਖ ਰਹੇ ਹਾਂ, ਉਹ ਤਾਂ ਐਂ ਕਰਾਂਗੇ। ਹਾਂ। ਆ ਦੇਖੋ, ਤੁਸੀਂ ਨਾਲ ਸਾਨੂੰ ਵੀ ਵਿੱਚ ਲੈ ਲਿਓ ਜੀ। ਹਾਂ ਬਿਲਕੁਲ। ਸੋ ਜਿਸ ਦੀਵਾਰ ਦਾ ਜ਼ਿਕਰ ਕਰ ਰਹੇ ਸੀ, ਤਾਂ ਹੁਣ ਕੱਲੀ ਬਰੀਕੀ ਦੇ ਨਾਲ ਤੁਹਾਨੂੰ ਜਾਣਕਾਰੀ ਦੇਣਗੇ ਸ਼ੇਖ ਸਾਹਿਬ। ਸੋ ਹੁਣ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਇਹ ਇੱਥੋਂ ਸ਼ੁਰੂ ਕਰੋ ਜੀ। ਇਹ 4 ਦੀਵਾਰੀ ਦੇ ਵਿੱਚ ਆਹ ਗੇਟ ਰੱਖਿਆ ਗਿਆ ਸੀਗਾ, ਦਰਵਾਜ਼ਾ ਨਵਾਂ ਲੱਗਿਆ ਹੋਇਆ ਹੈ, ਪਰ ਇਹ ਜਿਹੜੇ ਇਹਦੀ ਮਿਹਰਾਬ ਹੈ ਪੁਰਾਣੀ ਹੈ। ਇਹ ਦਰਵਾਜ਼ੇ ਜਿਹੜੇ ਤਖਤੇ ਨੇ ਇਹ ਨਵੇਂ ਲੱਗੇ ਹੋਏ ਨੇ। ਇੱਥੋਂ ਦੀਵਾਰ ਸ਼ੁਰੂ ਹੁੰਦੀ ਹੈ ਜੀ। ਦੀਵਾਰਾਂ ਦੇ ਵਿੱਚ ਜਗ੍ਹਾ ਜਗ੍ਹਾ ਆਲੇ ਤਾਖਾਂ ਵੀ ਰੱਖੀਆਂ ਹੋਈਆਂ ਨੇ, ਔਰ ਉਹ ਵੀ ਡਿਜ਼ਾਈਨਦਾਰ ਬਣੀਆਂ ਹੋਈਆਂ ਨੇ, ਔਰ ਉਹਨਾਂ 'ਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਬਣੇ ਹੋਏ ਨੇ। ਜਿਹੜੇ ਤੁਸੀਂ ਅੱਗੇ ਜਾਓਗੇ ਹੋਰ ਤਰ੍ਹਾਂ ਦਾ ਫੁੱਲ ਮਿਲੇਗਾ ਤੁਹਾਨੂੰ। ਅਤੇ ਇੱਦਾਂ ਹੀ ਚੱਲਦੇ ਆਪਾਂ ਸਾਰੀ ਦੀਵਾਰ ਦੇਖਾਂਗੇ। ਜਿਹੜੀ ਦੱਸਣ ਵਾਲੀ ਮੇਰੀ ਗੱਲ ਹੈ ਉਹ ਇਹ ਹੈ ਕਿ ਮੈਂ ਪੱਥਰਾਂ ਦਾ ਜ਼ਿਕਰ ਕਰਦਾ ਸੀਗਾ ਵੀ ਕੋਈ ਪੱਥਰ ਤਾਂ ਮੋਟਾ ਹੈ, ਕੋਈ ਪਤਲਾ ਹੈ, ਕੋਈ 2.5 ਫੁੱਟ ਲੰਬਾ ਹੈ, ਕੋਈ 1 ਫੁੱਟ ਲੰਬਾ ਹੀ ਹੈ। ਆਹ ਹੁਣ ਦੇਖੋ ਪੱਥਰ, ਇਹ ਬਹੁਤ ਲੰਬਾ ਪੱਥਰ ਹੈ, ਇਹਦੇ ਵਿੱਚ ਲੱਗਾ ਹੋਇਆ। ਇਹ ਦੇਖ ਲਓ ਹੁਣ ਤੁਸੀਂ ਕਿੰਨਾ ਲੰਬਾ ਪੱਥਰ ਹੈ। ਔਰ ਇਹਦੇ ਨਾਲ ਹੀ ਆਹ ਦੇਖ ਲਓ ਜੀ ਪੱਥਰ, ਆਹ 6 ਇੰਚ ਦਾ ਹੀ ਹੈ। ਮਤਲਬ ਕਹਿਣ ਦਾ ਇਹ ਹੈ ਆਡੇ ਸਿੱਧੇ ਵੀ ਅਗਰ ਲਾ ਦਈਏ ਤਾਂ ਵੀ ਦੀਵਾਰ ਦੀ ਇੰਨੀ ਮੋਟਾਈ ਹੈ ਨਹੀਂ ਕਿ ਹੁਣ ਉਹ ਪੱਥਰ ਉਸ ਹਿਸਾਬ ਨਾਲ ਅੱਗੇ ਜਾ ਕੇ ਹੋਰ ਦਿਖਾਵਾਂਗਾ, ਇਸ ਤੋਂ ਵੀ ਲੰਬੇ ਪੱਥਰ ਦਿਖਾਵਾਂਗਾ ਤੁਹਾਨੂੰ, ਕਿਉਂਕਿ ਇਹ ਦੀਵਾਰ ਨੂੰ ਮੈਂ ਬਹੁਤ ਬਰੀਕੀ ਨਾਲ ਦੇਖ ਚੁੱਕਿਆ, ਇਹਦੀ ਇੱਕ ਚੀਜ਼ ਦੇਖ ਚੁੱਕਿਆ। ਹੁਣ ਮੈਂ ਮੋਟੇ ਪਤਲਿਆਂ ਦਾ ਜ਼ਿਕਰ ਕੀਤਾ ਤੁਹਾਨੂੰ ਕਿ ਪੱਥਰ ਮੋਟੇ ਪਤਲੇ। ਆਹ ਦੇਖੋ ਜੀ ਕਿੰਨਾ ਮੋਟਾ ਪੱਥਰ ਹੈ, ਇਹਦੇ ਆਹ ਕਿੰਨਾ ਪਤਲਾ ਪੱਥਰ ਹੈ। ਵੀ ਮਤਲਬ ਕਹਿਣ ਦਾ ਇਹ ਹੈ ਵੀ ਉਸ ਜ਼ਮਾਨੇ ਦੀ ਕਲਾ ਨੂੰ ਦਾਤ ਦਈਏ ਜਾਂ ਅੱਜ ਦੇ ਜ਼ਮਾਨੇ ਦੀ ਕਲਾ ਨੂੰ। ਔਰ ਦੀਵਾਰ ਦੀ ਉਚਾਈ 'ਚ ਕੋਈ ਫਰਕ ਨਹੀਂ ਹੈ, ਦੀਵਾਰ ਸਿੱਧੀ ਹੈ, ਕੋਈ ਇਹਦੇ 'ਚ ਟੇਢ ਵਿੰਗ ਨਹੀਂ ਹੈ। ਮੋਟੇ ਪਤਲੇ ਪੱਥਰ ਲੱਗੇ ਹੋਏ ਨੇ ਅਤੇ ਇੱਕ ਨਾਲ ਦੇ ਪੱਥਰ ਨਹੀਂ, ਛੋਟੇ ਵੱਡੇ ਪੱਥਰ ਲੱਗੇ ਹੋਏ ਨੇ, ਕੋਈ ਚੂਨਾ ਨਹੀਂ ਲੱਗਿਆ ਹੋਇਆ। ਦੇਖ ਲਓ, ਤੁਸੀਂ ਦੇਖ ਸਕਦੇ ਹੋ, ਬਿਲਕੁਲ ਦੇਖ ਸਕਦੇ ਹੋ। ਮਤਲਬ ਇਹਦੇ 'ਚ ਕੋਈ ਮਿੱਟੀ ਨਹੀਂ ਹੈ, ਕੋਈ ਚੂਨਾ ਨਹੀਂ ਹੈ, ਕੋਈ ਸੀਮਿੰਟ ਨਹੀਂ ਹੈ, ਕੋਈ ਗਾਰਾ ਨਹੀਂ ਹੈ, ਕੁਛ ਨਹੀਂ ਹੈ ਇਹਦੇ 'ਚ। ਤੇ ਪੱਥਰ ਤੇ ਪੱਥਰ ਚਾੜੇ ਹੋਏ, ਸਾਲ ਦੀ ਦੀਵਾਰ ਖੜੀ ਹੈ ਔਰ ਸਾਰਾ ਪੱਥਰ ਹੈ, ਪੱਥਰ ਤੇ ਪੱਥਰ ਧਰ ਕੇ। ਔਰ ਐਸੀ ਗੱਲ ਨਹੀਂ, ਡਿਜ਼ਾਈਨ ਵੀ ਬਣਾਇਆ ਹੋਇਆ, 71 ਬਾਹਰ ਵੀ ਕੱਢਿਆ ਹੋਇਆ ਹੈ, ਅੰਦਰ ਵੀ ਗਿਆ ਹੋਇਆ ਹੈ, ਬਾਕਾਇਦਾ ਉਸ ਤਰ੍ਹਾਂ ਹੀ ਬਣਿਆ ਹੋਇਆ ਹੈ।
ਤੇ ਇੱਥੋਂ ਆਪਾਂ ਪੱਥਰ ਦਾ ਦਿਖਾ ਵੀ ਸਕਦੇ ਹਾਂ, ਇੱਥੋਂ ਟੁੱਟਿਆ ਕਿ ਅੰਦਰੋਂ ਪੱਥਰ ਕਿੱਦਾਂ ਦਾ, ਕਿਸ ਤਰ੍ਹਾਂ ਦਾ ਨਿਕਲਦਾ ਪੱਥਰ ਇਹ ਅੰਦਰੋਂ। ਹੁਣ ਇਹ ਕਿੱਥੇ ਦਾ ਕਿਹੜਾ ਹੈ ਪੱਥਰ, ਇਹਦੇ ਬਾਰੇ ਆਪਾਂ ਦੱਸ ਨਹੀਂ ਸਕਦੇ ਕੁਝ। ਇਹ ਪੱਥਰ ਦੇ ਜਿਹੜੇ ਕਾਰੀਗਰ ਨੇ ਉਹ ਦੱਸ ਸਕਦੇ ਨੇ। ਤੇ ਆਜੋ ਅੱਗੇ ਹੋਰ ਬਹੁਤ ਕੁਝ ਹੈ ਇਹਦੇ 'ਚ ਦੇਖਣ ਵਾਲਾ, ਇਸ ਦੀਵਾਰ 'ਚ ਦੇਖਣ ਵਾਲਾ ਬਹੁਤ ਕੁਝ ਹੈ। ਅਜੇ ਤਾਂ ਮੈਂ ਤੁਹਾਨੂੰ ਜੀ ਬਾਬਾ ਜੀ ਦੇ ਜਿਹੜੇ ਬੇਟੇ, ਬਾਬਾ ਜੀ ਦੀ ਬੇਗਮ, ਉਹਨਾਂ ਦੀਆਂ ਇੱਥੇ ਕਬਰਾਂ ਬਣੀਆਂ ਹੋਈਆਂ ਨੇ, ਉਹਨਾਂ ਦਾ ਪੂਰਾ ਮਤਲਬ ਹਿਸਟਰੀ ਨਹੀਂ ਦੱਸੀ। ਜੇ ਮੈਂ ਇਹਨਾਂ ਬਾਰੇ ਵੀ ਤੁਹਾਨੂੰ ਦੱਸਣ ਲੱਗ ਜਾਵਾਂ ਤਾਂ ਘੱਟੋ ਘੱਟ 1.5 ਘੰਟੇ ਦਾ 2 ਘੰਟੇ ਦਾ ਐਪੀਸੋਡ ਚਾਹੀਦਾ। ਜੇ ਇਕੱਲੇ ਸ਼ੇਖ ਸਦਰੁਦੀਨ ਦੀ ਹਿਸਟਰੀ ਦੱਸਾਂ, ਮਲੇਰਕੋਟਲੇ ਦੀ ਹਿਸਟਰੀ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਚਿਰਾਗ ਦੀ ਗੱਲ ਕੀਤੀ ਸੀ, ਇਹ ਉਸ ਪੁਰਾਣੀ ਬਣੇ ਕਿ ਨਵਾਂ ਬਣਾਇਆ ਗਿਆ? ਇਹ ਆਲੇ ਸਾਰੇ ਪੁਰਾਣੇ ਬਣੇ ਹੋਏ ਨੇ ਜੀ। ਲੋਕੀ ਇੱਥੇ ਵੀ ਚਿਰਾਗ ਲਾ ਦਿੰਦੇ ਨੇ, ਮਗਰ ਚਿਰਾਗ ਵਾਸਤੇ ਇਹਨਾਂ ਨੇ ਸਥਾਨ ਇੱਕ ਅਲੱਗ ਬਣਾਇਆ ਹੋਇਆ ਹੈ ਤੇ ਉੱਥੇ ਆਪਾਂ ਚੱਲਦੇ ਹਾਂ, ਲੈ ਕੇ ਜਾਂਦੇ ਹਾਂ। ਇਹ ਲੋਕ ਮਤਲਬ ਉਸ ਟਾਈਮ ਰਸ਼ ਹੁੰਦਾ ਮੇਲੇ ਦੇ ਦਿਨਾਂ ਦੇ ਵਿੱਚ, ਜਦੋਂ ਲੋਕ ਸ਼ਰਧਾ ਨਾਲ ਆਉਂਦੇ ਨੇ ਇੱਥੇ, ਉਹ ਜਿੱਥੇ ਦੇਖਦੇ ਨੇ ਚਿਰਾਗ ਲਾ ਦਿੰਦੇ ਨੇ। ਫਿਰ ਵੈਸੇ ਜਿਹੜੀ ਇਹਨਾਂ ਨੇ ਜਗ੍ਹਾ ਜਿਹੜੀ ਬਣਾਈ ਹੋਈ ਹੈ ਉਹ ਇਹ ਬਣਾਈ ਹੋਈ ਹੈ। ਇਹਦੇ ਵਿੱਚ ਪੱਥਰ ਦੇਖੀਏ ਬਹੁਤ, ਇਹਦੇ 'ਚ ਵੀ ਮੋਟਾ ਪੱਥਰ ਹੈ, ਬਹੁਤ ਮੋਟੇ ਪਤਲੇ ਅਲੱਗ-ਅਲੱਗ ਤਰ੍ਹਾਂ ਦੇ ਪੱਥਰ ਬਣੇ ਹੋਏ ਨੇ, ਛੋਟੇ ਵੱਡੇ ਜਿਹੜੇ ਮਰਜ਼ੀ ਦੇਖ ਲਓ ਤੁਸੀਂ। ਮਤਲਬ ਤੁਹਾਨੂੰ ਇੱਕ ਨਾਲ ਦਾ ਪੱਥਰ ਮਿਲੇਗਾ ਹੀ ਨਹੀਂ। ਆਹ ਦੇਖੋ ਲਓ, ਇਹ ਛੋਟਾ ਜਿਹਾ, ਇਹਦੇ ਮੁਕਾਬਲੇ ਚਲੇ ਜਾਓ ਤੁਸੀਂ, ਹੋਰ ਆ ਵੱਡੇ ਵੱਡੇ ਮਿਲਣਗੇ ਤੁਹਾਨੂੰ, ਹੋਰ ਵੱਡੇ ਮਿਲਣਗੇ। ਇਹ ਬਾਬਾ ਜੀ ਦੀ ਕਰਾਮਾਤ ਹੈ। ਇੱਕ ਰਾਤ 'ਚ ਦੀਵਾਰ ਬਣੀ ਹੈ ਜਿਹੜੀ। ਤੇ ਜੀ ਬਹੁਤ ਪਹਿਲੀ ਵਾਰ ਅਸੀਂ ਜਾਣਨ ਆਏ ਸੀ ਕਿ ਵਾਕਈ ਇੱਕੋ ਰਾਤ ਵਿੱਚ ਇੱਕ ਦੀਵਾਰ ਤਿਆਰ ਹੁੰਦੀ ਹੈ, ਔਰ ਚਾਰੇ ਪਾਸੇ ਬੁਰਜ ਵੀ ਉਵੇਂ ਨੇ, ਪੁਰਾਣੇ ਪੱਥਰ ਨੇ, ਕੋਈ ਮਿੱਟੀ ਨਹੀਂ, ਕੋਈ ਸੀਮੈਂਟ ਨਹੀਂ, ਕੋਈ ਗਾਰਾ ਨਹੀਂ। ਕਿਉਂਕਿ ਆਮ ਤੌਰ ਤੇ ਅਸੀਂ ਘਰਾਂ ਦੀਆਂ ਦੀਵਾਰਾਂ ਬਣਾਉਂਦੇ ਆ ਜਾਂ ਘਰ ਬਣਾਉਂਦੇ ਆ, ਸੀਮੈਂਟ ਦੀ ਵਰਤੋਂ ਕਰਦੇ ਆ। ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਲੋਕ ਕਰਦੇ ਸੀ? ਮਿੱਟੀ ਗਾਰੇ ਦੀ ਵਰਤੋਂ ਕਰਦੇ ਸੀ, ਚੂਨੇ ਦੀ ਵਰਤੋਂ ਕਰਦੇ ਸੀਗੇ। ਪਰ ਉਦੋਂ ਨਾਨਕਸ਼ਾਹੀ ਇੱਟਾਂ ਦੀ ਵਰਤੋਂ ਹੁੰਦੀ ਸੀ, ਪਰ ਇਹ ਪੱਥਰ ਦੀ ਦੀਵਾਰ, ਮਿੱਟੀ ਗਾਰਾ ਚੂਨਾ ਕੁਝ ਵੀ ਨਹੀਂ ਲੱਗਾ, ਐਵੇਂ ਦੀ ਐਵੇਂ ਖੜੀ ਹੈ। ਸੋ ਇਹ ਅੱਜ ਵੀ 600 ਸਾਲ ਪੁਰਾਣੀ ਦੀਵਾਰ ਹੈ, ਔਰ ਸ਼ੇਖ ਸਾਹਿਬ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਸਮਝਾਇਆ ਹੈ ਕਿਸ ਤਰੀਕੇ ਨਾਲ ਜਿਹੜਾ ਇਹ ਇਤਿਹਾਸ ਹੈ। ਸੋ ਅੱਗੇ ਚੱਲਦੇ ਆਪਾਂ। ਤੇ ਇਹ ਹੈ ਜੀ ਸਥਾਨ ਜਿੱਥੇ ਚਿਰਾਗ ਜਲਾਉਂਦੇ ਨੇ ਲੋਕੀ ਆ ਕੇ। ਇਹਨੂੰ ਚਿਰਾਗੀ ਕਿਹਾ ਜਾਂਦਾ ਹੈ ਆਮ ਤੌਰ ਤੇ ਬਹੁਤ ਲੋਕ ਜਿਹੜੇ ਨੇ ਉਹ ਆਪਣੇ ਘਰੋਂ ਹੀ ਸਰੋਂ ਦਾ ਤੇਲ ਲੈ ਕੇ ਆਉਂਦੇ ਨੇ, ਚਿਰਾਗ ਲੈ ਕੇ ਆਉਂਦੇ ਨੇ। ਉਹ ਜਿੰਨਾ ਕਿ ਚਿਰਾਗਾਂ ਦੇ ਵਿੱਚ ਕਿਸੇ ਨੇ 5 ਚਿਰਾਗ ਲਾਉਣੇ ਹੁੰਦੇ ਆ, ਕਿਸੇ ਨੇ 7 ਲਾਉਣੇ ਹੁੰਦੇ ਆ, ਉਹ ਚਿਰਾਗ ਇੱਥੇ ਜਲਾ ਕੇ ਬਾਕੀ ਦਾ ਤੇਲ ਜਿਹੜਾ ਉਹ ਇੱਥੇ ਹੀ ਪਾ ਜਾਂਦੇ ਆ। ਤੇ ਮਤਲਬ ਇਹ ਹੈ ਵੀ ਜਿਹੜੀ ਚੀਜ਼ ਲੈ ਕੇ ਆਇਆ ਉਹ ਬਾਬਾ ਜੀ ਦੀ ਸ਼ਰਧਾ ਮੁਤਾਬਕ ਅਸੀਂ ਬਾਬਾ ਜੀ ਵਾਸਤੇ ਲੈ ਕੇ ਆਏ ਹਾਂ, ਵਾਪਸ ਨਹੀਂ ਲੈ ਕੇ ਜਾਣੀ ਸਾਨੇ। ਸ਼ੇਖ ਸਾਹਿਬ ਇੱਕ ਗੱਲ ਹੋਰ ਵੀ ਜ਼ਿਹਨ 'ਚ ਆ ਰਹੀ ਹੈ, ਜੇ ਇਹ ਉਹ ਵੇਲਾ ਨਾ ਜਨਾਨੀਆਂ ਉੱਠਦੀਆਂ, ਔਰਤਾਂ ਉੱਠਦੀਆਂ, ਤਾਂ ਹੋ ਸਕਦਾ ਸੀ ਦੀਵਾਰ ਦਾ ਹੋਰ ਬਹੁਤ ਕੁਝ ਬਣ ਜਾਂਦਾ। ਸ਼ਾਇਦ ਜੇ ਆਪਾਂ ਅੱਜ ਸਾਡੇ ਕਾਰੀਗਰਾਂ ਦਾ ਕਮਾਲ ਦੇਖ ਰਹੇ ਹੈਗੇ ਆ, ਤਾਂ ਉਸ ਟਾਈਮ ਤੇ ਜੇ ਆਹ ਦੀਵਾਰ ਦੇਖੀ ਜਾਵੇ ਤਾਂ ਆਹ ਕੁਝ ਵੀ ਉੱਥੇ ਬਹੁਤ ਸੋਹਣਾ ਬਣ ਸਕਦਾ ਸੀਗਾ। ਦੇਖੋ ਜੀ, ਮੈਂ ਜੀ ਬਿਲਕੁਲ, ਹਾਂਜੀ ਉਹ ਵੀ ਦਿਖਾਣਾ। ਹਾਂਜੀ, ਇਹ ਮੇਰਾ ਜਿੱਥੇ ਤੱਕ ਆਪਣਾ ਦਿਮਾਗ ਕੰਮ ਕਰਦਾ ਹੈ, ਤੇ ਜਿਨ੍ਹਾਂ ਨੂੰ ਜਦੋਂ ਜਿੰਨਾਤ ਨੂੰ ਇਹ ਬਾਬਾ ਜੀ ਦੀ ਇਕੱਲੀ ਕਬਰ ਪਸੰਦ ਨਹੀਂ ਆਈ ਕਿ ਇਹਦੇ ਆਲੇ ਦੁਆਲੇ 4 ਦੀਵਾਰੀ ਹੋਣੀ ਚਾਹੀਦੀ ਹੈ, ਉਹਨਾਂ ਨੇ 4 ਦੀਵਾਰੀ ਬਣਾਈ, ਦੀਵਾਰ ਬਣਾਈ। ਤਾਂ ਹੋ ਸਕਦਾ ਉਹਨਾਂ ਦਾ ਅਗਰ ਸਮਾਂ ਵੱਧ ਲੱਗਦਾ ਤਾਂ ਬਾਬਾ ਜੀ ਦਾ ਮਜ਼ਾਰ ਵੀ ਉਹੀ ਬਣਾ ਜਾਂਦੇ। ਔਰ ਪਤਾ ਨਹੀਂ ਕਿਸ ਤਰ੍ਹਾਂ ਦਾ ਬਣਾਉਣਾ ਸੀਗਾ, ਕਿਵੇਂ ਪੱਥਰ ਲਾਣੇ ਸੀਗੇ ਉਹਨਾਂ ਨੇ, ਤਾਂ ਮਤਲਬ ਕੁਝ ਵੀ ਹੋ ਸਕਦਾ ਸੀਗਾ। ਇੱਕ ਦੀਵਾਰ ਦੀ ਇੱਕ ਖੂਬੀ ਮੈਂ ਹੋਰ ਜਿਹੜੀ ਦੱਸਣੀ ਰਹਿ ਗਈ, ਉਹ ਇਹ ਦੱਸਣੀ ਚਾਹਣਾ ਮੈਂ ਕਿ ਦੀਵਾਰ ਨੂੰ ਲੰਬਾਈ 'ਚ ਮਿਲ ਲਓ, ਚੌੜਾਈ 'ਚ ਮਿਲ ਲਓ, ਇੱਕੋ ਜਿਹੀ ਮਿਲੂਗੀ ਤੁਹਾਨੂੰ। ਇਹ ਨਹੀਂ ਹੈ ਕਿ ਕਿਤੋਂ ਘਟ ਗਈ ਕਿਤੋਂ ਵੱਧ ਗਈ, ਜਿੰਨੀ ਲੰਮੀ ਹੈ ਓਨੀ ਹੀ ਚੌੜੀ ਹੈ। ਇਹ ਜੇ ਆਹ ਬਾਹੀ ਮਿਣੋਗੇ ਤਾਂ ਵੀ ਓਨੀ ਹੈ, ਉਹ ਬਾਹੀ ਮਿਣੋਗੇ ਤਾਂ ਵੀ ਓਨੀ ਹੈ। ਇੱਧਰਲੀ ਚਾਰੋਂ ਬਾਹੀਆਂ ਇਹਦੀਆਂ ਮਿਲ ਲਓ, ਇੱਕੋ ਹੀ ਸਾਈਜ਼ ਦੀਆਂ ਮਿਲਣਗੀਆਂ ਤੁਹਾਨੂੰ। ਔਰ ਅੱਜ ਦੇ ਉਹਨਾਂ ਕੋਲੇ ਕੋਈ ਇੰਚੀ ਟੇਪ ਨਹੀਂ ਸੀਗੇ, ਕੋਈ ਫੀਤੇ ਨਹੀਂ ਸੀਗੇ ਉਹਨਾਂ ਕੋਲੇ। ਤੁਸੀਂ ਇਹ ਦੇਖ ਲਓ ਵੀ ਇੱਥੋਂ ਪਤਾ ਲੱਗਦਾ ਹੈ ਕਿ ਵਾਕਈ ਕੋਈ ਨਾ ਕੋਈ ਕਰਾਮਾਤ ਹੈ, ਇਹ ਬਗੈਰ ਕਰਾਮਾਤ ਤੇ ਨਹੀਂ ਹੈ। ਚਾਰਾਂ ਮੀਨਾਰਾਂ ਦੀ ਦੇਖ ਲਓ, ਜਿਹੜੇ ਇਹਨੇ ਬੁਰਜੀਆਂ ਬਣਾਈਆਂ ਚਾਰੋਂ ਖੁੰਝਿਆਂ 'ਤੇ, ਉਹ ਬੁਰਜੀ ਅੰਦਰ ਨਹੀਂ ਨਜ਼ਰ ਆਊਗੀ, ਬਾਹਰ ਨਜ਼ਰ ਆਊਗੀ ਤੁਹਾਨੂੰ। ਅੰਦਰੋਂ ਦੀਵਾਰ ਚੌਰਸ ਨਜ਼ਰ ਆਉਂਦੀ ਹੈ, ਜਦੋਂ ਬਾਹਰ ਦੀ ਜਾ ਕੇ ਦੇਖੋਗੇ ਤਾਂ ਤੁਹਾਨੂੰ 4 ਬੁਰਜੀਆਂ ਦਿਖਣਗੀਆਂ। ਹੁਣ ਇਹ ਤਾਂ ਮਤਲਬ ਕੰਪਿਊਟਰ ਦੀ ਕਾਰਾਗਰੀ ਤਾਂ ਅੱਜ ਚੱਲੀ ਹੈ,
ਉਸ ਟਾਈਮ ਦੇ ਇਹ ਹੱਥਾਂ ਦੀ ਕਮਾਲ ਕਹਿ ਲਓ, ਜਿਨ੍ਹਾਂ ਦੀ ਆ ਬਾਬਾ ਜੀ ਦੀ ਕਰਾਮਾਤ ਕਹਿ ਲਓ, ਜੋ ਮਰਜ਼ੀ ਕਹਿ ਲਓ ਇਹਨੂੰ ਤੁਸੀਂ। ਸੋ ਸ਼ੇਖ ਸਾਹਿਬ, ਤੁਸੀਂ ਸਾਡੇ ਨਾਲ ਸਾਰਾ ਦਿਨ ਅੱਜ ਬਤੀਤ ਕਰਨਾ। ਆਪਾਂ ਤੁਹਾਨੂੰ ਹੋਰ ਵੀ ਬਹੁਤ ਹਿਸਟਰੀ ਪੁੱਛਣੀ, ਕਿਉਂਕਿ ਸਾਡੇ ਦਰਸ਼ਕਾਂ ਦੀ ਬੜੀ ਵੱਡੀ ਡਿਮਾਂਡ ਰਹੇਗੀ ਕਿ ਮਲੇਰਕੋਟਲੇ ਵਿੱਚ ਹੋਰ ਕੀ ਕੁਝ ਖਾਸ ਹੈ। ਸੋ ਇੱਥੇ ਅਸੀਂ ਹੁਣ ਇਸ ਜਿਹੜੀ ਹਿਸਟਰੀ ਸਮਾਪਤੀ ਕਰਾਂਗੇ, ਅਗਲੇ ਨਵੇਂ ਰੰਗ ਵੱਲ ਜ਼ਰੂਰ ਚੱਲਾਂਗੇ, ਪਰ ਸ਼ੇਖ ਸਾਹਿਬ ਤੋਂ ਹੁਣ ਇੱਥੇ ਨਾਲ ਹੀ ਇਸੇ ਇੰਟਰਵਿਊ 'ਚ ਅੱਗੇ ਲੈ ਲੈਂਦੇ ਹਾਂ। ਬਹੁਤ ਧੰਨਵਾਦ, ਤੁਸੀਂ ਸਾਨੂੰ ਇਹਦੀ ਬਰੀਕੀ ਦੇ ਨਾਲ ਜਿਹੜੀ ਜਾਣਕਾਰੀ ਸਾਂਝਾ ਕੀਤੀ ਹੈ। ਸ਼ੁਕਰੀਆ। ਮਿਹਰਬਾਨੀ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਏ, ਮੈਨੂੰ ਇਸ ਲਾਇਕ ਸਮਝਿਆ, ਤੁਹਾਡੇ ਚੈਨਲ ਦੀ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਤਾਂ। ਮਿਹਰਬਾਨੀ। ਸੋ ਬਿਲਕੁਲ ਜੀ, ਹੁਣ ਤੁਸੀਂ ਜਾਣਾ ਕਿਤੇ ਨਹੀਂ ਆ, ਆਪਾਂ ਮਲੇਰਕੋਟਲੇ ਦੇ ਵਿੱਚ ਬੜਾ ਰੰਗ ਤੁਹਾਨੂੰ ਹੋਰ ਦਿਖਾਉਣਾ। ਜਿੱਦਾਂ ਪਹਿਲਾਂ ਹੀ ਜ਼ਿਕਰ ਕੀਤਾ ਸੀ, ਗਲੀ ਗਲੀ ਜਿਹੜੀ ਹੈ ਇਤਿਹਾਸ ਦੀ ਗਵਾਹੀ ਭਰਦੀ ਹੈ, ਤਾਂ ਇਹ ਸੀ 600 ਸਾਲ ਪੁਰਾਣੀ ਜੋ ਦੀਵਾਰ ਇਸ ਦਰਗਾਹ ਦੀ ਹੈ। ਬੜੀ ਮਾਨਤਾ ਇਸ ਦਾ ਸਥਾਨ ਦੀ ਹੈਗੀ। ਲੋਕ ਦੂਰੋਂ ਦੂਰੋਂ ਚੱਲ ਕੇ ਇੱਥੇ ਮੱਥਾ ਟੇਕਣ, ਨਮਸਕਾਰ ਕਰਨ ਦੇ ਲਈ ਵੀ ਆਉਂਦੇ ਨੇ। ਤਾਂ ਫਿਲਹਾਲ ਚੱਲਾਂਗੇ ਅਗਲੇ ਵਾਲੇ ਪਾਸੇ। ਹੁਣ ਇੱਥੇ ਲਵਾਂਗੇ ਤੁਹਾਡੇ ਤੋਂ ਆਗਿਆ। ਸਹਿਯੋਗੀ ਕ੍ਰਿਸ਼ਨ ਕੁਮਾਰ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।